ਇੱਕ ਵਾਰ ਫਿਰ ਤੋਂ ਕਿਸਾਨ ਅਤੇ ਪ੍ਰਸ਼ਾਸਨ ਆਮੋ ਸਾਹਮਣੇ ਨੇ। ਵੱਡੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਕੱਲ ਪੁਲਿਸ ਦਾ ਕਿਸਾਨਾਂ ਦੇ ਉੱਪਰ ਵੱਡਾ ਐਕਸ਼ਨ ਹੋਇਆ ਸੀ, ਲੇਕਿਨ ਉਸ ਤੋਂ ਬਾਅਦ ਕਿਸਾਨ ਅਜੇ ਤੱਕ ਡਟੇ ਹੋਏ ਨੇ ਕਿ ਦਿੱਲੀ ਦੀ ਤਰਜ਼ ਦੇ ਉੱਪਰ ਅਣਮਿੱਥੇ ਦਾ ਧਰਨਾ ਚੰਡੀਗੜ੍ਹ ਵਿੱਚ ਅੱਜ ਕਿਸਾਨਾਂ ਵੱਲੋਂ ਲਗਾ ਦਿੱਤਾ ਜਾਏਗਾ। ਪ੍ਰਸ਼ਾਸਨ ਦੇ ਵੱਲੋਂ ਪ੍ਰਬੰਧ ਪੁਖਤਾ ਨੇ ਕਿ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਐਂਟਰ ਹੋਣ ਤੋਂ ਪਹਿਲਾਂ ਰੋਕ ਦਿੱਤਾ ਜਾਏਗਾ। ਆਖਰ ਇਸ ਤਰ੍ਹਾਂ ਦੀ ਸਥਿਤੀ, ਟਕਰਾਅ ਦੀ ਸਥਿਤੀ ਪੰਜਾਬ ਦੇ ਵਿੱਚ ਬਣੀ ਕਿਵੇਂ, ਕਿਹੜੇ ਉਹ ਕਾਰਨ ਨੇ ਤੇ ਕਿਸ ਤਰ੍ਹਾਂ ਦੇ ਅੱਜ ਰਹਿਣ ਵਾਲੇ ਹਾਲਾਤ, ਇਸ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਨਾਲ ਹੀ ਨਾਲ ਚਰਚਾ ਕਰਾਂਗੇ ਮਾਨ ਸਰਕਾਰ ਦੇ ਵੱਡੇ ਦਾਅਵਿਆਂ ਦੀ। ਵੱਡੇ ਦਾਅਵੇ, ਵੱਡੇ ਵਾਅਦੇ, ਵੱਡੇ ਐਲਾਨ ਕੱਲ ਫਿਰ ਹੋਏ ਨੇ ਕਿਉਂਕਿ ਕੱਲ ਸੀਐਮ ਸਾਹਿਬ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਲਈ ਵੱਡੇ ਐਲਾਨ ਕੀਤੇ ਗਏ ਨੇ। ਲੇਕਿਨ ਉਧਰ ਦੂਸਰੇ ਪਾਸੇ ਇੱਕ ਆਰਟੀਆਈ ਨੇ ਸਰਕਾਰ ਦੀ ਕਿਰਕਿਰੀ ਕਰਕੇ ਰੱਖ ਦਿੱਤੀ ਹੈ। ਆਰਟੀਆਈ ਦੇ ਵਿੱਚ ਇੱਕ ਵੱਡੇ ਖੁਲਾਸੇ ਕੀਤੇ ਗਏ ਨੇ। ਕਿਹੜੇ ਖੁਲਾਸੇ ਨੇ? ਕਿਉਂਕਿ ਖੁਲਾਸੇ ਉਹ ਵੀ ਪੰਜਾਬ ਸਰਕਾਰ ਦੇ ਵਾਅਦਿਆਂ ਨਾਲ ਰਿਲੇਟਡ ਨੇ। ਕਿਸ ਤਰ੍ਹਾਂ ਕਿਰਕਿਰੀ ਹੋਈ ਹੈ, ਕਿਹੜੇ ਅੰਕੜੇ ਨਿਕਲ ਕੇ ਆਏ ਨੇ ਆਰਟੀਆਈ ਦੇ ਵਿੱਚ, ਉਸ ਬਾਰੇ ਵੀ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਜੀ, ਅੱਜ ਦਾ ਦਿਨ ਪੰਜਾਬ ਦੇ ਲਈ ਬੜਾ ਅਹਿਮ, ਕਿਉਂਕਿ ਕੱਲ ਤੋਂ ਜੇਕਰ ਗੱਲ ਕਰੀਏ ਕਿਸਾਨ ਅਤੇ ਪ੍ਰਸ਼ਾਸਨ ਆਮੋ ਸਾਹਮਣੇ ਨੇ। ਕੱਲ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਗਿਆ ਸੀ, ਧਰ ਪਕੜ ਕੀਤੀ ਗਈ ਸੀ, ਵੱਡੇ ਆਗੂਆਂ ਨੂੰ ਡਿਟੇਨ ਤੱਕ ਕੀਤਾ ਗਿਆ ਸੀ ਕਿਉਂਕਿ ਕਿਸਾਨ 22 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ 16 ਜਥੇਬੰਦੀਆਂ ਦੇ ਵੱਲੋਂ, ਹਰਿਆਣਾ ਤੇ ਪੰਜਾਬ ਨਾਲ ਸੰਬੰਧਿਤ 16 ਜਥੇਬੰਦੀਆਂ ਵੱਲੋਂ ਚੰਡੀਗੜ੍ਹ ਧਰਨੇ ਦਾ ਐਲਾਨ ਸੀ ਤੇ ਦੂਸਰੇ ਪਾਸੋਂ ਸਰਕਾਰ ਜਾਂ ਫਿਰ ਕਹੀਏ ਪ੍ਰਸ਼ਾਸਨ ਵੀ ਪੱਬਾਂ ਭਾਰ ਹੈ ਇਸ ਧਰਨੇ ਨੂੰ ਰੋਕਣ ਦੇ ਲਈ। ਸੋ ਕੱਲ ਤੋਂ ਐਕਸ਼ਨ ਕਿਸਾਨਾਂ ਦੇ ਖਿਲਾਫ ਜਾਰੀ ਹੈ। ਅੱਜ ਵੀ ਜੋ ਖਬਰਾਂ ਸਾਡੇ ਤੱਕ ਪੁੱਜੀਆਂ ਨੇ, ਬੈਰੀਕੇਡਿੰਗ ਹੋ ਚੁੱਕੀ ਹੈ, ਚੰਡੀਗੜ੍ਹ ਨੂੰ ਕਵਰ ਕਰ ਲਿਆ ਗਿਆ ਤਾਂ ਜੋ ਕਿਸਾਨ ਚੰਡੀਗੜ੍ਹ ਨਾ ਪਹੁੰਚ ਸਕਣ। ਪੰਜਾਬ ਦੇ ਵਿੱਚ ਥਾਂ ਥਾਂ ਬੈਰੀਕੇਡਿੰਗ ਹੈ, ਲੇਕਿਨ ਦੂਸਰੇ ਪਾਸੇ ਕਿਸਾਨ ਵੀ ਅੜੇ ਹੋਏ ਨੇ ਕਿ ਉਹ ਅੱਜ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਵੱਲ ਕੂਚ ਕਰਨਗੇ। ਕਿਸਾਨ ਤੇ ਪ੍ਰਸ਼ਾਸਨ ਆਮੋ ਸਾਹਮਣੇ। ਆਖਰ ਇਸ ਤਰ੍ਹਾਂ ਦੀ ਸਥਿਤੀ ਬਣੀ ਕਿਉਂ? ਕਿਹੜੇ ਉਹ ਕਾਰਨ ਨੇ ਜਿਨ੍ਹਾਂ ਕਾਰਨ ਕਿਸਾਨਾਂ ਨੂੰ ਦਿੱਲੀ ਦੁਹਰਾਉਣ ਦੇ ਲਈ ਮਜਬੂਰ ਹੋਣਾ ਪਿਆ? ਕੀ ਕਾਰਨ ਰਹੇ ਨੇ? ਲਖਵਿੰਦਰ ਜੀ, ਤੁਸੀਂ ਆਪਣੀ ਭੂਮਿਕਾ ਦੇ ਵਿੱਚ ਇੱਕ ਸ਼ਬਦ ਵਰਤਿਆ ਕਿ ਅੱਜ ਬੜਾ ਮਹੱਤਵਪੂਰਨ ਦਿਨ ਹੈ ਕਿਸਾਨਾਂ ਤੇ ਪ੍ਰਸ਼ਾਸਨ ਵਾਸਤੇ। ਮਾਨ ਸਾਹਿਬ, ਜੇਕਰ ਧਿਆਨ ਨਾਲ ਵੇਖੋ ਤਾਂ ਦਿੱਲੀ ਦਾ ਜਦੋਂ ਦਾ ਅੰਦੋਲਨ, ਕਿਸਾਨ ਅੰਦੋਲਨ ਖਤਮ ਹੋਇਆ ਔਰ ਕਿਸਾਨ ਅੰਦੋਲਨ ਜਦੋਂ ਜਿੱਤ ਕੇ ਵਾਪਸ ਆਪੋ ਆਪਣੇ ਰਾਜਾਂ 'ਚ ਗਏ, ਉਦੋਂ ਤੋਂ ਲੈ ਕੇ ਅੱਜ ਤੱਕ ਹਰ ਰਾਜ ਦੇ ਵਿੱਚ, ਹਰ ਰਾਜ ਦੀ ਤਾਂ ਗੱਲ ਛੱਡ ਦਈਏ, ਪੰਜਾਬ ਦੇ ਵਿੱਚ ਹਰ ਦਿਨ ਹੀ ਕੋਈ ਦਿਨ ਇਸ ਤਰ੍ਹਾਂ ਦਾ ਹੋਊਗਾ ਕਿ ਜਦੋਂ ਕਿਸਾਨ ਜਥੇਬੰਦੀਆਂ ਦਾ ਜਾਂ ਪ੍ਰਸ਼ਾਸਨ ਆਮੋ ਸਾਹਮਣੇ ਨਹੀਂ ਹੁੰਦਾ। ਪਹਿਲੀ ਦੀ ਗੱਲ ਇੱਥੇ ਮੁੱਕਦੀ। ਬੀਤੇ ਡੇਢ ਸਾਲ ਦੀ ਗੱਲ ਕਰ ਲਓ, ਭਗਵੰਤ ਮਾਨ ਦੀ ਸਰਕਾਰ ਦੇ ਸਮੇਂ ਦੀ ਗੱਲ ਕਰ ਲਓ ਜਾਂ ਉਸ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਕਰ ਲਓ, ਪੰਜਾਬ ਦੇ ਵਿੱਚ ਕਦੇ ਕੋਈ ਅਜਿਹਾ ਦਿਨ ਹੈ ਨਹੀਂ ਹੈ ਕਿ ਜਦੋਂ ਕਿਸਾਨ ਮੋਰਚਾ ਨੇ, ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਦੇ ਰੇਲਵੇ ਟਰੈਕ ਨਾਲ ਜਾਮ ਕੀਤੇ ਹੋਣ, ਕਦੇ ਰਸਤੇ ਨਾ ਰੋਕੇ ਹੋਣ, ਕਦੇ ਸੜਕੀ ਆਵਾਜਾਈ ਨਾਲ ਪ੍ਰਭਾਵਿਤ ਕੀਤੀ ਹੋਵੇ। ਤਾਂ ਕਦੇ ਇਹੋ ਜਿਹੇ ਮੌਕੇ ਵੀ ਤੁਸੀਂ ਵੇਖੇ ਹੋਣਗੇ ਕਿ ਜਦੋਂ ਲੋਕ ਕਿਸਾਨ ਜਥੇਬੰਦੀਆਂ ਦੇ ਖਿਲਾਫ ਹੀ ਸੜਕਾਂ ਤੇ ਉਤਰ ਆਏ। ਸੋ ਇਹ ਕੋਈ ਪਹਿਲੀ ਦਿਨ ਵਾਲੀ ਗੱਲ ਹੈ ਨਹੀਂ ਹੈ। ਭਾਵ ਇਹ ਕਿਸਾਨ ਜਥੇਬੰਦੀਆਂ ਦਾ ਹੁਣ ਇੱਕ ਕਹਿ ਸਕਦੇ ਹਾਂ ਕਿ ਇੱਕ ਰਿਵਾਜ ਹੀ ਬਣ ਚੁੱਕਾ ਹੈ। ਪਰ ਖੈਰ, ਹੁਣ ਜਿਹੜਾ ਪ੍ਰਸ਼ਨ ਤੁਹਾਡਾ ਜਿਹੜਾ ਸੀ ਉਹ ਮੌਜੂਦਾ ਸਮੇਂ ਦੇ ਸੰਬੰਧ ਨਾਲ ਹੈਗਾ। ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਵੇਲੇ ਸੰਘਰਸ਼ ਕਰ ਰਹੀਆਂ ਨੇ ਔਰ ਸੰਘਰਸ਼ ਉਹਨਾਂ ਨੇ ਇਸ ਗੱਲ ਦਾ ਸ਼ੁਰੂ ਕੀਤਾ, ਇੱਕ ਤਾਂ MSP ਨੂੰ ਲੈ ਕੇ ਹੈ, ਦੂਜਾ ਹੜ੍ਹਾਂ ਨਾਲ ਪ੍ਰਭਾਵਿਤ ਫਸਲਾਂ ਦੇ ਮੁਆਵਜ਼ੇ ਨੂੰ ਹੈ ਔਰ ਤੀਜਾ ਘੱਗਰ ਦੇ ਜਿਹੜੀ ਨੁਕਸਾਨ ਪਹੁੰਚਾਉਂਦਾ ਘੱਗਰ ਦਰਿਆ, ਉਸ ਦੀ ਪੱਕਾ ਹੱਲ ਕਰਨ ਨੂੰ ਲੈ ਕੇ ਹੈ। ਵੇਖਿਆ ਜਾਵੇ ਤਾਂ ਇਹ ਮੰਗਾਂ ਪੂਰਨ ਤੌਰ 'ਤੇ ਜਾਇਜ਼ ਨੇ। ਹਰ ਹਾਲਤ ਵਿੱਚ ਇਹ ਮੰਗਾਂ ਜਾਇਜ਼ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਕਿਸਾਨ ਜਿਹੜਾ ਆ, ਜੇਕਰ ਉਹ ਕਮਾਏਗਾ ਨਹੀਂ, ਜ਼ਮੀਨ ਬੀਜੇਗਾ, ਉੱਥੇ ਆਪਣੀ ਖੇਤੀ ਨਹੀਂ ਕਰੇਗਾ ਤੇ ਖਾਏਗਾ ਕੀ? ਤੇ ਦੇਸ਼ ਦੇ ਅੰਨ ਭੰਡਾਰ ਵਿੱਚ ਹਿੱਸਾ ਉਹ ਕਿੱਥੇ ਪਾਏ? ਘੱਗਰ ਜਿਸ ਤਰੀਕੇ ਨਾਲ ਲੋਕਾਂ ਦਾ ਨੁਕਸਾਨ ਕਰ ਰਿਹਾ ਔਰ ਸਮੇਂ ਸਮੇਂ ਦੀਆਂ ਸਰਕਾਰਾਂ ਕਹਿੰਦੀਆਂ ਨੇ ਅਸੀਂ ਇਹ ਇੰਤਜ਼ਾਮ ਕੀਤਾ, ਇਹ ਇੰਤਜ਼ਾਮ ਕੀਤਾ, ਉਸ ਦੇ ਬਾਵਜੂਦ ਵੀ
ਘੱਗਰ ਨੇ ਜਿਸ ਤਰੀਕੇ ਨਾਲ ਪੰਜਾਬ ਤੇ ਹਰਿਆਣੇ ਦੇ ਖੇਤਰ 'ਚ ਤਬਾਹੀ ਮਚਾਈ, ਔਰ ਜਿਸ ਤਰੀਕੇ ਨਾਲ ਹਰਿਆਣੇ ਵਾਲਿਆਂ ਨੇ ਤਾਂ ਉਸ ਇਲਾਕੇ ਨੂੰ ਠੀਕ ਕਰ ਲਿਆ, ਪਰ ਪੰਜਾਬ ਵਾਲੇ ਜਿਹੜੇ ਅਧਿਕਾਰ ਲੋਕ ਸਨ ਉਹ ਉਸੇ ਤਰੀਕੇ ਨਾਲ ਅਜੇ ਵੀ ਸੰਤਾਪ ਭੋਗ ਰਹੇ ਆ। ਤਾਂ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਜੇਕਰ ਪੰਜਾਬ ਸਰਕਾਰ ਸਾਡਾ ਹੱਲ ਨਹੀਂ ਕੱਢ ਸਕਦੀ ਤੇ ਸਾਨੂੰ ਹਰਿਆਣੇ ਨਾਲ ਜੋੜ ਦਿੱਤਾ ਜਾਵੇ। ਭਾਵ ਤੁਸੀਂ ਇਹ ਦੇਖ ਲਓ ਕਿ ਉਹ ਲੋਕ ਘੱਗਰ ਦਰਿਆ ਦੀ ਮਾਰ ਤੋਂ ਕਿੰਨੇ ਦੁਖੀ ਹੋਣਗੇ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਤੋਂ ਕਿੰਨੇ ਨਾਖੁਸ਼ ਹੋਣਗੇ। ਤੀਸਰੇ ਬੰਨੇ ਗੱਲ ਜਿਹੜੀ ਆ ਮੁਆਵਜ਼ੇ ਦੀ ਗੱਲ ਹੈਗੀ ਹੈ। ਕਿਉਂਕਿ ਇਹਨਾਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਦਿੱਲੀ ਤਰਜ਼ ਤੇ ਧਰਨਾ ਜਿਹੜਾ ਉਹ ਲਾਉਣਾ ਹੈ ਚੰਡੀਗੜ੍ਹ ਦੇ ਵਿੱਚ। ਹੁਣ ਚੰਡੀਗੜ੍ਹ ਜਿਹੜੀ ਆ ਦੋ ਰਾਜਾਂ ਦੀ ਰਾਜਧਾਨੀ ਹੈ, ਇੱਕ ਪਾਸੇ ਹਰਿਆਣੇ ਦੀ ਰਾਜਧਾਨੀ ਹੈ, ਦੂਜੇ ਪਾਸੇ ਪੰਜਾਬ ਦੀ ਹੈ, ਤੀਜੇ ਪਾਸੇ ਯੂਟੀ ਪ੍ਰਸ਼ਾਸਨ ਆ। ਹੁਣ ਜੋ ਕੁਝ ਦਿੱਲੀ ਬੀਤੇ 2 ਜਾਂ 2.5 ਸਾਲ ਪਹਿਲਾਂ ਜੋ ਦਿੱਲੀ ਦੀਆਂ ਬਰੂਹਾਂ ਤੇ ਦਿੱਲੀ ਸਰਕਾਰ ਨੇ ਵੇਖਿਆ ਜਾਂ ਭਾਰਤੀ ਕੇਂਦਰੀ ਸਰਕਾਰ ਨੇ ਵੇਖਿਆ ਜਾਂ ਹਰਿਆਣਾ ਸਰਕਾਰ ਨੇ ਵੇਖਿਆ, ਉਹੋ ਜਿਹਾ ਮੁੜ ਨਾ ਦੁਹਰਾਇਆ ਜਾਵੇ ਉਸ ਵਾਸਤੇ ਪੰਜਾਬ ਸਰਕਾਰ ਹਰ ਹੀਲਾ ਹਰ ਸੰਭਵ ਯਤਨ ਕਰੇਗੀ ਕਿ ਕਿਸਾਨਾਂ ਦੀ ਜਿਹੜੀ ਐਂਟਰੀ ਆ ਉਹ ਪੂਰਨ ਤੌਰ ਤੇ ਦਿੱਲੀ ਦੇ ਵਿੱਚ ਮਾਫ ਕਰਦਾ ਚੰਡੀਗੜ੍ਹ ਦੇ ਵਿੱਚ ਬੰਦ ਕਰ ਦਿੱਤੀ ਜਾਵੇ। ਤਾਂ ਇਸੇ ਹੀ ਕਾਰਨ ਅੱਜ ਚੰਡੀਗੜ੍ਹ ਤਾਂ ਜਿਹਨੂੰ ਜਾਣ ਵਾਲਾ ਹਰ ਮੋੜ ਆ ਪੂਰਨ ਤੌਰ ਤੇ ਉਸ ਦੀ ਬੈਰੀਕੇਡਿੰਗ ਜਿਹੜੀ ਕੀਤੀ ਹੋਈ ਆ ਔਰ ਜ਼ਬਰਦਸਤ ਬੈਰੀਕੇਡਿੰਗ ਕੀਤੀ ਆ। ਅਰਧਨੀਮ ਫੌਜੀ ਦਸਤੇ ਵੀ ਪੁਲਿਸ ਫੋਰਸ ਦੇ ਨਾਲ ਅਰਧਨੀਮ ਫੌਜੀ ਦਸਤੇ ਵੀ ਤੈਨਾਤ ਨੇ। ਭਾਵ ਸਰਕਾਰ ਕਿਸੇ ਵੀ ਸੂਰਤ ਵਿੱਚ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦੇਵੇਗੀ ਕਿ ਉਹ ਉਹਨਾਂ ਦੀ ਐਂਟਰੀ ਹੋਵੇ। ਇਸ ਕਾਰਨ ਜਿਹੜਾ ਟਕਰਾਓ ਦੀ ਜਿਹੜੀ ਸਥਿਤੀ ਆ ਉਹ ਬਣੀ। ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਇਹ ਕਹਿ ਚੁੱਕੀਆਂ ਨੇ ਕਿ ਅਸੀਂ ਹਰ ਹਾਲਤ ਵਿੱਚ ਦਿੱਲੀ ਤਰਜ਼ ਤੇ ਧਰਨਾ ਜਿਹੜਾ ਚੰਡੀਗੜ੍ਹ ਦੇ ਵਿੱਚ ਲਾਉਣਾ। ਹੁਣ ਇਹ ਜਿਹੜਾ ਜੋ ਕੁਝ ਚੱਲ ਰਿਹਾ ਇਹ ਕੱਲ ਤੋਂ ਸ਼ੁਰੂ ਹੁੰਦਾ ਆ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਸੀ ਇਸ ਦੀ ਭਣਕ ਜਿਹੜੀ ਸੀ ਪੰਜਾਬ ਪੁਲਿਸ ਤੋਂ ਪਹਿਲਾਂ ਦੀ ਪੈ ਚੁੱਕੀ ਸੀ। ਇਸ ਤੋਂ ਪਹਿਲਾਂ ਕਿਸਾਨ ਆਗੂ ਚੰਡੀਗੜ੍ਹ ਨੂੰ ਕੂਚ ਕਰਦੇ ਤਾਂ ਪੁਲਿਸ ਨੇ ਘਰੋਂ ਜਿਹੜੇ ਲੀਡਰ ਸੀ ਉਹ ਡਿਟੇਨ ਕਰਨੇ ਜਿਹੜੇ ਸ਼ੁਰੂ ਕਰਤੇ। ਜਦੋਂ ਡਿਟੇਨ ਕਰਨੇ ਸ਼ੁਰੂ ਕੀਤੇ ਜਿਹੜੇ ਸਵਰਨ ਸਿੰਘ ਪੰਧੇਰਾ ਉਸ ਨੂੰ ਡਿਟੇਨ ਕਰ ਲਿਆ ਗਿਆ। ਕੱਲ ਜੋ ਕੁਝ ਸੰਗਰੂਰ ਦੇ ਵਿੱਚ ਹੋਇਆ ਉਹ ਵੀ ਸਾਰਿਆਂ ਨੂੰ ਪਤਾ। ਸੰਗਰੂਰ ਦੇ ਵਿੱਚ ਇੱਕ ਕਿਸਾਨ ਦੀ ਜਿਹੜੀ ਟਰੈਕਟਰ ਥੱਲੇ ਆਉਣ ਨਾਲ ਮੌਤ ਹੋ ਗਈ, ਉਹ ਦੁਖਦਾਈ ਮੌਤ ਆ। ਉਹ ਵਿਚਾਰਾ ਕਿਹੜਾ ਮਤਲਬ ਉਹ ਵੀ ਆਪਣੀਆਂ ਹੱਕਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਸੀ ਜਾਂ ਆਪਣੇ ਨੇਤਾਵਾਂ ਨੂੰ ਜਿਹਨਾਂ ਨੂੰ ਪੁਲਿਸ ਨੇ ਡਿਟੇਨ ਕੀਤਾ ਉਹਨਾਂ ਨੂੰ ਫ੍ਰੀ ਕਰਨ ਵਾਸਤੇ ਆਪਣੀ ਸਾਥੀਆਂ ਦਾ ਨਾਲ ਸੰਘਰਸ਼ ਜਿਹੜਾ ਕਰ ਰਿਹਾ ਸੀ। ਪਰ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਆਪਣੇ ਹੀ ਸਾਥੀ ਦੇ ਟਰੈਕਟਰ ਦੇ ਥੱਲੇ ਉਹਦੀ ਆਣ ਕੇ ਜ਼ਖਮੀ ਹੁੰਦਾ ਹੈ, ਜਿੱਥੇ ਉਸਦੀ ਮੌਤ ਹੋ ਜਾਂਦੀ ਹੈ ਔਰ ਨਾਲ ਹੀ ਇੱਕ ਪੁਲਿਸ ਇੰਸਪੈਕਟਰ ਵੀ ਇਸ ਤਰ੍ਹਾਂ ਡਿੱਗਿਆ ਹੋਇਆ ਦਿਖਾਈ ਦਿੰਦਾ। ਹੁਣ ਅਜਿਹੇ ਜਿਹੜੇ ਵਰਤਾਰੇ ਨੇ ਬੜੇ ਭਿਆਨਕ ਵਰਤਾਰੇ ਨੇ ਔਰ ਜ਼ਿੰਮੇਵਾਰੀ ਜਿਹੜੀ ਪੁਲਿਸ ਨੇ ਕਈਆਂ ਥਾਵਾਂ 'ਤੇ ਲਾਠੀ ਚਾਰਜ ਦਾ ਪ੍ਰਯੋਗ ਵੀ ਲਾਠੀ ਬਲ ਦਾ ਵੀ ਪ੍ਰਯੋਗ ਜਿਹੜਾ ਕੀਤਾ ਆ। ਹੁਣ ਅਜਿਹੇ ਵਰਤਾਰਾ ਦੇਖਣਾ ਬਹੁਤ ਮਤਲਬ ਅਸੀਂ ਕਹਿ ਸਕਦੇ ਦਰਦਨਾਕ ਕਿ ਜਦੋਂ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹੋਣ ਔਰ ਲੋਕ ਚੰਡੀਗੜ੍ਹ ਵੱਲ ਮਤਲਬ ਜੋ ਵੀ ਆ ਜਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਸੰਘਰਸ਼ ਜਾਂ ਪ੍ਰਦਰਸ਼ਨ ਕਰਨਾ, ਤਾਂ ਜੇਕਰ ਉਹ ਪ੍ਰਦਰਸ਼ਨ ਕਰਨ ਦਾ ਐਲਾਨ ਕਰਦੇ ਆ ਤਾਂ ਸਰਕਾਰ ਨੇ ਤਾਂ ਫਿਰ ਉਹਨਾਂ ਨੂੰ ਰੋਕਣਾ ਹੀ ਰੋਕਣਾ। ਜੇ ਦੂਜੇ ਪਾਸੇ ਲੋਕ ਵੀ ਮਜਬੂਰ ਨੇ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਪੂਰੀਆਂ ਕੀਤੀਆਂ ਜਾਣ ਜੋ ਸਰਕਾਰ ਨੇ ਵਾਅਦੇ ਕੀਤੇ ਆ। ਪਰ ਅਣਖੀ ਜੀ ਪਿਛਲੇ ਦਿਨੀ ਕਿਉਂਕਿ 20 ਤਰੀਕ ਨੂੰ ਤਾਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਤੇ ਰਾਜਪਾਲ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਇਹਨਾਂ 16 ਜਥੇਬੰਦੀ, ਲੇਕਿਨ ਉਸ ਤੋਂ ਪਹਿਲਾਂ ਸੀਐਮ ਸਾਹਿਬ ਦੇ ਨਾਲ ਵੀ ਮੀਟਿੰਗ ਹੋਈ ਸੀ ਜਿੱਥੇ ਕਿ ਸਰਬਣ ਸਿੰਘ ਪੰਧੇਰ ਮੀਡੀਆ ਨੂੰ ਐਡਰੈਸ ਕਰਦੇ ਹੋਏ ਕਹਿ ਰਹੇ ਸੀ ਵੀ ਸਾਡੀਆਂ ਮੰਗਾਂ ਤਕਰੀਬਨ ਮੰਨ ਲਈਆਂ ਗਈਆਂ ਨੇ। ਸੋ ਮੀਟਿੰਗ ਬੜੀ ਸੁਖਾਲੀ ਰਹੀ ਸੀ। ਉੱਥੇ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਹਾਮੀ ਭਰੀ ਗਈ ਸੀ ਜਿਵੇਂ ਕਿ ਸਰਬਣ ਸਿੰਘ ਪੰਧੇਰ ਕਹਿੰਦੇ ਨਜ਼ਰ ਆਏ ਸੀ ਮੀਡੀਆ ਦੇ ਸਾਹਮਣੇ, ਫਿਰ ਰੌਲਾ ਕਿਸ ਗੱਲ ਦਾ ਹੈ? ਕਿਉਂਕਿ ਉਸ ਦਿਨ ਵੀ ਇਹ ਗੱਲ ਉਹਨਾਂ ਨੇ ਕਹੀ ਸੀ ਵੀ ਸਾਡੀਆਂ ਵੈਸੇ ਮੰਗਾਂ ਦੀ ਹਾਮੀ ਤਾਂ ਭਰਤੀ ਹੈ, ਲੇਕਿਨ ਸਰਕਾਰ ਪੂਰਾ ਕਰੇਗੀ ਜਾਂ ਨਹੀਂ ਕਰੇਗੀ ਇਸ ਦੇ ਉੱਪਰ ਸਾਡਾ 22 ਤਰੀਕ ਦਾ ਐਕਸ਼ਨ ਨਿਰਧਾਰਿਤ ਕਰੇਗਾ ਕਿ ਸਾਨੂੰ 22 ਤਰੀਕ ਨੂੰ ਚੰਡੀਗੜ੍ਹ ਪੁੱਜਣਾ ਪਵੇਗਾ। ਨਾਲ ਉਹਨਾਂ ਨੇ ਇਹ ਕਿਹਾ ਸੀ ਜੇਕਰ ਸਰਕਾਰ ਹੁਣ ਵੀ ਆਪਣੇ ਮੰਗਾਂ ਤੋਂ ਭੱਜੇਗੀ, ਮੰਗਾਂ ਮੰਨਣ ਤੋਂ ਭੱਜੇਗੀ ਤਾਂ 22 ਤਰੀਕ ਨੂੰ ਸਾਡਾ ਧਰਨਾ ਪੱਕਾ ਹੈਗਾ। ਤਾਂ ਕਿ ਉਦੋਂ ਕੋਈ ਸ਼ੰਕਾ ਸੀ ਕਿ ਉਸ ਸਮੇਂ ਭਗਵੰਤ ਮਾਨ ਜੀ ਵੱਲੋਂ ਜਾਂ ਮਾਨ ਸਰਕਾਰ ਵੱਲੋਂ ਸੱਚਮੁੱਚ ਮੰਗਾਂ ਮੰਨਣ ਦੀ ਹਾਮੀ ਭਰੀ ਗਈ ਸੀ? ਜੇਕਰ ਹਾਂ ਤਾਂ ਇਹ ਮੰਗਾਂ ਨੂੰ, ਕਿਉਂਕਿ ਉੱਥੇ ਵੀ ਕਲੀਅਰ ਕਰਦੇ ਨਜ਼ਰ ਆਏ ਸੀ ਉਹ ਵੀ ਅਸੀਂ ਨਹੀਂ ਧਰਨਾ ਲਗਾਵਾਂਗੇ, ਤਾਂ ਸਰਕਾਰ ਦੇ ਵੱਲੋਂ ਮੰਗਾਂ ਸੰਬੰਧੀ ਕੋਈ ਭਰੋਸਾ ਕਿਉਂ ਨਹੀਂ ਦਿੱਤਾ ਗਿਆ ਫਿਰ ਇਹਨਾਂ ਕਿਸਾਨਾਂ ਨੂੰ? ਦੇਖੋ ਜਿਹੜੀ ਸਥਿਤੀ ਤੁਸੀਂ ਬਿਆਨ ਕਰ ਰਹੇ ਜੀ ਕਿ ਗੁਰਦੁਆਰਾ ਮੀਟਿੰਗ ਹੁੰਦੀ ਹੈ, ਉਸ ਤੋਂ ਪਹਿਲਾਂ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੁੰਦੀ ਔਰ ਬਾਹਰ ਆਣ ਕੇ ਪੰਧੇਰ ਸਾਹਿਬ ਇਹ ਗੱਲ ਕਹਿੰਦੇ। ਗੱਲਬਾਤ ਦਾ ਸਿਲਸਿਲਾ ਤਾਂ ਡਾਇਲਾਗ ਜਿਹੜਾ ਹਮੇਸ਼ਾ ਮਾਨ ਸਾਹਿਬ ਚੱਲਦਾ ਰਹਿੰਦਾ ਜਥੇਬੰਦੀਆਂ ਪ੍ਰਸ਼ਾਸਨ ਦੇ ਵਿਚਕਾਰ। ਹੁਣ
ਜੇਕਰ ਜਥੇਬੰਦੀ ਕੋਈ ਇੱਕ ਹੋਵੇ ਜਾਂ ਦੋ ਹੋਵੇ ਉਹਨਾਂ ਤੋਂ ਤਾਂ ਤੁਸੀਂ ਸੰਤੁਸ਼ਟ ਕਰ ਸਕਦੇ ਜੀ। 16 ਜਥੇਬੰਦੀਆਂ ਜੇਕਰ ਵੱਖ-ਵੱਖ ਰਾਗ ਲਾਪਣਗੀਆਂ, ਬੇਸ਼ੱਕ ਇੱਕ ਬੁਲਾਰੇ ਦੇ ਰੂਪ ਚ ਸਰਵਨ ਸਿੰਘ ਵਧੇਰਾ ਆ ਹੀ ਜਾਂਦਾ ਸਾਹਮਣੇ, ਪਰ ਸੰਸ਼ੇ ਜਿਹੜੇ ਨੇ ਉਹ ਬਰਕਰਾਰ ਰਹਿੰਦੇ। ਜਾਂ ਤਾਂ ਉਸ ਵਕਤ ਲਿਖਤੀ ਸਮਝੌਤੇ ਜਿਹੜੇ ਕਰ ਲਏ ਹੁੰਦੇ। ਇਹ ਬਹੁਤ ਕੁਝ ਬੀਤੇ ਦੌਰ 'ਚ ਤੁਸੀਂ ਵੇਖੋਗੇ ਕਿ ਸੁਰਜੀਤ ਸਿੰਘ ਡੱਲੇਵਾਲ ਨਾਲ ਵੀ ਕਈ ਕੁਝ ਹੋਇਆ। ਇੱਕ ਪਾਸੇ ਤਾਂ ਸੁਰਜੀਤ ਸਿੰਘ ਡੱਲੇਵਾਲ ਆਣ ਕੇ ਮਾਫ ਕਰਦਾ, ਸੁਰਜੀਤ ਸਿੰਘ ਡੱਲੇਵਾਲ ਇੱਕ ਧਰਨੇ ਤੋਂ ਪਹਿਲਾਂ, ਧਰਨਾ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਨਾਲ ਜੱਫੀ ਪਾਉਂਦਾ ਔਰ ਚਾਹ ਦਾ ਕੱਪ ਸਾਂਝਾ ਕਰਦਾ, ਤੇ ਫਿਰ ਉਹ ਡੱਲੇਵਾਲ ਆਣ ਕੇ ਅਗਲੇ ਦਿਨ ਧਰਨੇ ਤੇ ਬਹਿ ਜਾਂਦੇ, ਵਰਤ ਤੇ ਬਹਿ ਜਾਂਦੇ। ਸੋ ਇਹ ਕਿਸਾਨ ਜਥੇਬੰਦੀਆਂ ਦਾ ਜਿਹੜਾ ਇਹ ਭੂਮਿਕਾ ਅਜੇ ਤੱਕ ਕੋਈ ਸਮਝ ਨਹੀਂ ਆਈ ਕਿ ਉਹ ਕਿਸ ਤਰੀਕੇ ਨਾਲ ਕੀ ਚਾਹੁੰਦੇ ਜਾਂ ਕੀ ਨਹੀਂ ਚਾਹੁੰਦੇ, ਕਿ ਕਿਸ ਤਰੀਕੇ ਨਾਲ ਜਲਦੀ ਤੋਂ ਜਲਦੀ ਜਿਹੜਾ ਸਾਰਾ ਕੰਮ ਕਲੀਅਰ ਹੋ ਜਾਣਾ ਚਾਹੀਦਾ। ਗੱਲ ਹੈਗੀ ਆ ਅਣਖੀ ਸਰ, ਕਿਸਾਨਾਂ ਦੀ ਮੇਨ ਮੰਗ ਮੁਆਵਜ਼ੇ ਨੂੰ ਲੈ ਕੇ ਆ, ਕਿਉਂਕਿ ਹਰ ਇੱਕ ਕਿਸਾਨ ਆਗੂ ਇਹ ਗੱਲ ਕਹਿ ਰਿਹਾ ਵੀ ਤਕਰੀਬਨ 1.5 ਮਹੀਨੇ ਤੋਂ ਅਸੀਂ ਹੜ੍ਹਾਂ ਦਾ ਸੰਤਾਪ ਭੋਗ ਰਹੇ ਹਾਂ, ਲੇਕਿਨ ਜਿਹੜਾ ਨੁਕਸਾਨ ਉਹਨਾਂ ਦੇ ਘਰਾਂ ਦਾ ਹੋਇਆ ਹੈ, ਉਹਨਾਂ ਦੀਆਂ ਫਸਲਾਂ ਦਾ ਹੋਇਆ, ਉਹਦੇ ਮੁਆਵਜ਼ੇ ਦੀ ਗੱਲ ਕਰਦੇ ਨੇਗੇ। ਤੇ ਦੂਸਰੇ ਪਾਸੇ ਭਗਵੰਤ ਮਾਨ ਜੀ ਵੀ ਕੱਲੀ ਇੱਕ ਪਾਈ ਦੇਣ ਦੀ ਗੱਲ ਵਾਰ-ਵਾਰ ਆਪਣੀ ਜਦੋਂ ਵੀ ਮੀਡੀਆ ਸਾਹਮਣੇ ਐਡਰੈਸ ਕਰਦੇ ਨੇ, ਮੀਡੀਆ ਨਾਲ ਗੱਲਬਾਤ ਕਰਦੇ ਨੇ, ਤਾਂ ਇੱਕ ਪਾਈ ਦੀ ਗੱਲ ਕਰਦੇ ਨੇ ਵੀ ਇੱਕ ਪਾਈ ਦਾ ਜੋ ਨੁਕਸਾਨ ਆ ਉਹ ਪੰਜਾਬ ਸਰਕਾਰ ਭਰੇਗੀ। ਸਰਕਾਰ ਮੁਆਵਜ਼ਾ ਦੇਣ ਨੂੰ ਤਿਆਰ ਹੈ, ਕਿਸਾਨ ਮੁਆਵਜ਼ਾ ਮੰਗ ਰਹੇ ਨੇ, ਫਿਰ ਰੇੜਕਾ ਕਿੱਥੇ ਫਸਿਆ ਹੋਇਆ ਜੀ? ਦੇਖੋ, ਰੇੜਕੇ ਦੀ ਜਿਹੜੀਆਂ ਗੱਲਾਂ ਨੇ, ਰੇੜਕੇ ਦੇ ਬੜੇ ਵਿੱਚ ਨੁਕਤੇ ਇਹ ਵੀ ਹਨ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਇਹ ਗੱਲ ਕਹੀ ਕਿ ਅਸੀਂ ਜਿੰਨਾ ਕਿਸਾਨ ਨੂੰ ਮੁਆਵਜ਼ਾ ਦੇਣ ਵਾਸਤੇ ਹੈਗੇ ਹਾਂ, ਬਿਲਕੁਲ ਤਿਆਰ ਆ, ਪਰ ਮੁਆਵਜ਼ਾ ਅਸੀਂ 5 ਏਕੜ ਦਾ ਹੀ ਦੇਣਾ, ਜਿੰਨਾ ਬਾਕੀ ਜਿਹਦੇ ਮਰਜ਼ੀ ਏਕੜ ਦਾ ਨੁਕਸਾਨ ਹੋਇਆ ਹੋਵੇ। ਹੁਣ ਇਹ ਜੋ ਸਰਕਾਰ ਵੱਲੋਂ ਨਿਰਧਾਰਤ ਰੇਟ ਆ, ਉਹ ਕੁਦਰਤੀ ਆਫਤ ਦੌਰਾਨ ਕਿਸੇ ਵੀ ਕਿਸਾਨ ਨੂੰ ਜੇਕਰ ਪ੍ਰਭਾਵਿਤ ਹੁੰਦੀ ਤਾਂ 6800 ਰੁਪਈਆ ਹੈਗਾ। ਹੁਣ ਇਸ ਗੱਲ ਨੂੰ ਲੈ ਕੇ ਜਿਹੜੀ ਪ੍ਰਸ਼ਾਸਨ ਤੇ ਸਰਕਾਰ ਦੇ ਵਿਚਕਾਰ ਕੁੰਡੀ ਜਿਹੜੀ ਹੈ, ਹੁਣ ਸਰਕਾਰ ਉਹ ਕਹਿੰਦੇ ਕਿ ਦੇਖੋ ਵਕਤ ਦੇ ਅਨੁਸਾਰ ਇਹ ਥੋੜਾ ਗੱਲ ਹੈਗੀ ਕਿ ਇਹ ਸਾਰਾ ਕਿਸਾਨਾਂ ਦਾ ਤਰਕ ਇਹ ਹੈ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਤੇ ਸਰਕਾਰ ਇੱਕ ਮਾਮੂਲੀ ਅਥਰੂ ਪੂੰਝਣ ਦੀ ਗੱਲ ਕਰਦੀ ਹੈ। ਸਰਕਾਰ ਇਹ ਤਰਕ ਦਿੰਦੀ ਹੈ ਕਿ ਆਹ ਵੇਖੋ ਜੀ, ਪਿਛਲੀਆਂ ਸਰਕਾਰਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਜਾਂ ਉਸ ਤੋਂ ਪਹਿਲੀਆਂ ਸਰਕਾਰਾਂ ਦੌਰਾਨ ਇਹ ਪ੍ਰਾਵਧਾਨ ਜਾਂ ਇਹ ਜੋ ਨੀਤੀ ਤੈਅ ਆ, ਅਸੀਂ ਤਾਂ ਉਸ ਦੇ ਅਨੁਸਾਰ ਜਿਹੜਾ ਕੰਮ ਕਰਾਂਗੇ। ਹੁਣ ਸਮੱਸਿਆ ਇਹ ਹੈ ਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਠੀਕ ਹੈ, ਇੱਕ ਪਾਸੇ ਤਾਂ ਭਗਵੰਤ ਮਾਨ ਹੁਣੀ ਮੁਰਗੀ ਤੱਕ ਮਰੀ ਦਾ ਵੀ ਮੁਆਵਜ਼ਾ ਦੇਣ ਦੀ ਗੱਲ ਕਰਦੇ ਆ, ਤੇ ਦੂਜੇ ਪਾਸੇ ਅਸੀਂ ਮੰਗ ਕਰ ਰਹੇ ਹਾਂ ਕਿ ਸਾਡੇ ਕੋਲ ਦਿੱਤਾ ਨਹੀਂ ਜਾ ਰਿਹਾ। ਸੋ ਇਹ ਮੁਆਵਜ਼ੇ ਦੀ ਗੱਲ ਹੈਗੀ ਆ। ਹੁਣ ਮੁਆਵਜ਼ੇ ਦੀ ਰਾਸ਼ੀ ਜਿਹੜੀ ਆ ਉਹ ਜ਼ਿਆਦਾ ਮੰਗ ਕਰਦੇ ਆ, ਤਾਂ ਇਹੋ ਜਿਹੀਆਂ ਸਾਰੀਆਂ ਸਥਿਤੀਆਂ ਦੇ ਵਿੱਚ ਫਿਰ ਜਿਹੜੀ ਇੱਕ ਬੇਭਰੋਸਾਗਤ ਪ੍ਰੋਜੈਕਟ ਆ ਉਹ ਤਾਂ ਵਧਣੀ ਆ। ਤਾਂ ਇਸੇ ਜਿਹੜੀ ਇਹ ਸਾਰੇ ਇਨਸੀਡੈਂਟ ਦੇ ਵਿੱਚ ਜਿਹੜੀ ਕੱਲ ਤੁਸੀਂ ਦੇਖੋ ਕਿ ਜਿਹੜੀ ਆਪਣੀ ਵਿਰੋਧੀ ਧਿਰ ਆ ਉਹ ਵੀ ਐਂਟਰ ਕਰਕੇ, ਵਿਰੋਧੀ ਧਿਰ ਉਹਨਾਂ ਨੇ ਤਾਂ ਇਹੋ ਜਿਹੇ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਘੇਰਦਾ ਔਰ ਲਖਵਿੰਦਰ ਜੀ, ਸਭ ਤੋਂ ਵੱਡੀ ਹੈਰਾਨਗੀ ਜਿਹੜੀ ਮੈਨੂੰ ਗੱਲ ਹੋਈ ਪ੍ਰਤਾਪ ਸਿੰਘ ਬਾਜਵਾ ਦੀ, ਮੈਂ ਤੁਹਾਡੀ ਗੱਲ ਨੂੰ ਛੱਡ ਕੇ ਇੱਕ ਦੂਜੇ ਪਾਸੇ ਜ਼ਰੂਰ ਲੱਗਾ ਗੱਲ ਕਰਨ। ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਪੇਜ ਤੇ ਇੱਕ ਖਬਰ ਪਾਉਂਦੇ ਨੇ, ਔਰ ਆਹ ਜੋ ਕਿਸਾਨ ਜਿਹੜੀ ਫੋਟੋ ਅੱਜ ਸਾਰੀਆਂ ਅਖਬਾਰਾਂ ਦੇ ਵਿੱਚ ਪਬਲਿਸ਼ ਹੋਈ ਹੈ, ਇਸ ਫੋਟੋ ਨਹੀਂ ਉਹਨਾਂ ਨੇ ਪਾਈ, ਔਰ ਦੂਜੀ ਫੋਟੋ ਉਹਨਾਂ ਨੇ ਪਾਈ ਕਿ ਕਿਸਾਨ ਜੀ ਦੀ ਜਿੱਥੇ ਡੈਥ ਹੋਈ ਹੈ। ਔਰ ਪ੍ਰਤਾਪ ਸਿੰਘ ਬਾਜਵਾ ਵਰਗਾ ਵਿਰੋਧੀ ਧਿਰ ਦਾ ਨੇਤਾ, ਜਿਹੜੇ ਆਪਣੇ ਆਪ ਨੂੰ ਬੜੇ ਸੁਘੜ ਸੀਨੀਅਰ ਨੇਤਾ ਕਹਿੰਦੇ ਨੇ, ਕਹਿੰਦੇ ਜੀ ਪੁਲਿਸ ਲਾਠੀ ਚਾਰਜ ਨਾਲ ਇਹ ਕਿਸਾਨ ਦੀ ਜਿਹੜੀ ਮੌਤ ਹੋਈ ਆ, ਇਹ ਉਹਨਾਂ ਦੇ ਪੇਜ ਤੇ ਖਬਰ ਪਈ ਹੈ। ਤੇ ਜੇਕਰ ਮੀਡੀਆ ਇਸ ਖਬਰ ਨੂੰ ਜਿਸ ਤਰੀਕੇ ਨਾਲ ਟਰੈਕਟਰ ਨਾਲ ਥੱਲੇ ਬਕਾਇਦਾ ਤੌਰ ਤੇ ਉਹਨਾਂ ਨੇ ਦਿਖਾਇਆ, ਸਾਰੀਆਂ ਅਖਬਾਰਾਂ 'ਚ ਇਹ ਫੋਟੋ ਲੱਗੀ ਆ, ਜੇਕਰ ਮੀਡੀਆ ਇਹ ਖਬਰ ਨੂੰ ਨਾ ਦਿਖਾਉਂਦਾ ਤਾਂ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੁੱਦੇ ਦਾ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸ਼ਾਇਦ ਪੰਜਾਬ ਦੇ ਅੱਜ ਦੇ ਦਿਨ ਦੇ ਹਾਲਾਤ ਕੁਝ ਹੋਰ ਹੁੰਦੇ। ਕਿਉਂਕਿ ਜਿਸ ਬੰਦਾ ਉਹਦੇ ਵਿੱਚ ਜੋ ਤਸਵੀਰ ਆਈ ਹੈ, ਜਿੱਥੇ ਕਿਸਾਨ ਟਰੈਕਟਰ ਥੱਲੇ ਦਿਖਾਈ ਦੇ ਰਿਹਾ ਕਿ ਪੁਲਿਸ ਇੰਸਪੈਕਟਰ ਵੀ ਥੱਲੇ ਡਿੱਗਾ ਹੋਇਆ ਦਿਖਾਈ ਦੇ ਰਿਹਾ, ਉਹ ਵੀ ਜ਼ਖਮੀ ਹੋਇਆ, ਪਰ ਪ੍ਰਤਾਪ ਸਿੰਘ ਬਾਜਵਾ ਨੇ ਕੇਵਲ ਉਹ ਫੋਟੋ ਚੁੱਕੀ ਜਿੱਥੇ ਉਹ ਘਰ ਜਾ ਕੇ ਬੰਦੇ ਨੂੰ ਡੈਡ ਬਾਡੀ ਉਹਦੀ ਪਈ ਆ ਤੇ ਕਿਹਾ ਗਿਆ ਕਿ ਪੁਲਿਸ ਦੇ ਲਾਠੀ ਚਾਰਜ ਨਾਲ ਮਰਿਆ ਤੇ ਭਗਵੰਤ ਮਾਨ ਅਸਤੀਫਾ ਦੇਵੇ। ਹੁਣ ਜਦੋਂ ਅਜਿਹੇ ਮੁੱਦੇ ਤੇ ਜਦੋਂ ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨੇ, ਉਹ ਦਿੱਲੀ ਵੜਨ ਦਾ ਮੌਕਾ ਤਾਂ ਚੰਡੀਗੜ੍ਹ ਜਾਣ ਦਾ ਐਲਾਨ ਕਰ ਰਹੀਆਂ ਨੇ, ਸਰਕਾਰ ਇਸ ਗੱਲੋਂ ਬਚੇਦਾ ਕਿ ਬਿਲਕੁਲ ਕਿਸੇ ਵੀ ਸੂਰਤ ਵਿੱਚ ਉਹਨਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ, ਜੋ ਮਰਜ਼ੀ ਹੋ ਜਾਵੇ, ਅੰਦੋਲਨ ਜਿਹੜਾ ਮੋਰਚਾ ਨਹੀਂ ਲਾਉਣ ਦਿੱਤਾ ਜਾਵੇਗਾ। ਤੀਸਰੇ ਬੰਨੇ ਜੇਕਰ ਰਾਜਨੀਤੀ ਹੁਣ ਇਸ ਪਾਸੇ ਨੂੰ ਹੋ ਜਾਂਦੀ ਹੈ ਤਾਂ ਸਥਿਤੀਆਂ ਤੁਸੀਂ ਦੇਖੋ ਕਿੱਧਰ ਨੂੰ ਜਾਣਗੀਆਂ। ਜੇਕਰ ਹੁਣ ਸਰਕਾਰ ਮੰਨ ਲਓ ਕਿ ਸਰਕਾਰ ਨਹੀਂ ਡੱਕਦੀ, ਪਰ ਇਹ ਤਾਂ ਹੁੰਦਾ ਹੀ ਹੈ, ਸਰਕਾਰ ਜੇ ਮੰਨ ਲਓ ਨਹੀਂ ਡੱਕਦੀ, ਜਿਹੜੀਆਂ ਕਿਸਾਨ ਜਥੇਬੰਦੀਆਂ ਚੰਡੀਗੜ੍ਹ 'ਚ ਐਂਟਰ ਕਰ ਜਾਂਦੀਆਂ, ਫਿਰ ਇਹੋ ਵਿਰੋਧੀ ਧਿਰਾਂ ਹੋਣੀਆਂ ਨੇ,
ਇਹਨਾਂ ਨੇ ਕਹਿਣਾ ਸਰਕਾਰ ਕਿੱਥੇ ਸੀ, ਇਹ ਪਹੁੰਚ ਉੱਥੇ ਕਿਸ ਤਰ੍ਹਾਂ ਗਈ। ਬਿਲਕੁਲ ਉਸੇ ਤਰੀਕੇ ਦੀ ਘਟਨਾ ਜਿਵੇਂ ਅੰਮ੍ਰਿਤਪਾਲ ਦੇ ਸੰਬੰਧ ਵਿੱਚ ਪਹਿਲਾਂ ਅਜਨਾਲਾ ਘਟਨਾ ਹੋਈ, ਪਹਿਲਾਂ ਉਹ ਕਿਉਂ ਨਹੀਂ ਉਹਨੂੰ ਫੜਦੇ, ਜੇ ਉਹਨੂੰ ਫੜਨ ਲੱਗੇ ਫਿਰ ਉਹ ਤੇ NSO ਕਿਉਂ ਲਗਾਤਾ। ਸੋ ਵਿਰੋਧੀ ਧਿਰਾਂ ਦੀ ਮੈਂ ਜਿਹੜੀ ਕੱਲ ਦੀ ਭੂਮਿਕਾ ਦੇਖੀ ਆ ਉਹ ਇੰਨੀ ਮਤਲਬ ਅਸੀਂ ਕਹਿ ਸਕਦੇ ਕਿ ਗੈਰ ਜ਼ਿੰਮੇਵਾਰ ਆਨਾ ਦਿਖਾਈ ਦਿੱਤੀ ਕਿ ਕੇਵਲ ਤੇ ਕੇਵਲ ਰਾਜਨੀਤਿਕ ਰੋਟੀਆਂ ਸੇਕਣੀਆਂ ਨੇ। ਜੇ ਤੁਸੀਂ ਵਾਕਿਆ ਹੀ ਕਿਸਾਨਾਂ ਦੇ ਹਮਦਰਦ ਜੇ ਤਾਂ ਫਿਰ ਤੁਸੀਂ ਅਜਿਹੀ ਰਾਜਨੀਤੀ ਕਰਨ ਦੀ ਬਜਾਏ ਕਿਸਾਨਾਂ ਦੇ ਨਾਲ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋਵੋ। ਕਾਂਗਰਸੀ ਵਰਕਰ ਇਸ ਵੇਲੇ ਕਾਂਗਰਸ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਹੈਗੀ ਹੈ। ਤੁਹਾਡਾ ਕਾਡਰ ਜਿਹੜਾ ਮਜ਼ਬੂਤ ਹੈਗਾ, ਠੀਕ ਆ, ਤੁਸੀਂ ਆਪਣੇ MLAs ਨੂੰ ਕਹੋ ਤੁਸੀਂ ਆਪ ਵਿਰੋਧੀ ਧਿਰ ਦੇ ਆਗੂ ਜੇ, ਤੁਸੀਂ ਆਪ ਕਿਸਾਨ ਜੇ, ਆਪ ਆਪਣੇ ਜ਼ਿਲ੍ਹੇ ਦੇ ਵਿੱਚੋਂ ਝੰਡਾ ਚੁੱਕ ਕੇ ਨਾਲ ਤੁਰੋ। ਬਸ ਤੁਸੀਂ ਇੱਕ ਟਵੀਟ ਪਾਇਆ ਔਰ ਉਸ ਮੌਤ ਨੂੰ ਜਿਹੜੀ ਇੱਕ ਐਕਸੀਡੈਂਟਲ ਮੌਤ ਆ, ਉਹ ਮੌਤ ਨਹੀਂ ਸੀ ਹੋਣੀ ਚਾਹੀਦੀ। ਇਹ ਗੱਲ ਮੈਂ ਕਹਿ ਰਿਹਾ, ਚਾਹੇ ਉਹ ਲਾਠੀ ਚਾਰਜ ਨਾਲ ਹੋਈ ਹੈ, ਚਾਹੇ ਟਰੈਕਟਰ ਥੱਲੇ ਆਣ ਨਹੀਂ ਸੀ ਹੋਣੀ ਚਾਹੀਦੀ ਪ੍ਰੀਤਮ ਸਿੰਘ ਨਾਂ ਦੇ ਬੰਦੇ ਦੀ, ਪਰ ਜੇ ਹੋਈ ਹੈ ਦੁਖਦਾਈ ਆ। ਪਰ ਉਸ ਮੌਤ ਨੂੰ ਜੇਕਰ ਤੁਸੀਂ ਆਪਣੇ ਰਾਜਨੀਤਿਕ ਮਫਾਦ ਵਾਸਤੇ ਵਰਤਦੇ ਜੇ ਤਾਂ ਲਖਵਿੰਦਰ ਜੀ ਇਸ ਨੂੰ ਵੀ ਕਿਸੇ ਸੂਰਤ ਵਿੱਚ ਠੀਕ ਨਹੀਂ ਆਖਿਆ ਜਾ ਸਕਦਾ। ਇਸ ਦੀ ਵੀ ਨਿੰਦਾ ਕਰਦੀ ਜਿਹੜੀ ਬਣਦੀ ਹੈਗੀ ਆ। ਇੱਕ ਮੈਂ ਸਰਕਾਰ ਦੀ ਗੱਲ ਨਹੀਂ ਕਰ ਰਿਹਾ, ਕਿ ਜਸਟ ਗੱਲ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਹਾਲਾਤਾਂ ਨੂੰ ਆਪਣੇ ਹੱਥ ਵਿੱਚ ਪ੍ਰਤਾਪ ਸਿੰਘ ਬਾਜਵਾ ਵਰਗਾ ਬੰਦਾ ਮਤਲਬ ਜਿਹੜਾ ਕਹਿੰਦਾ ਜੀ ਮੇਰੀ ਰਾਜਨੀਤੀ ਬਿਲਕੁਲ ਸਾਫ਼ ਤੇ ਸਪਸ਼ਟ ਹੈਗੀ ਹੈ। ਤੇ ਦੂਜੇ ਪਾਸੇ ਫਿਰ ਭਗਵੰਤ ਮਾਨ ਦੀ ਉਹ ਗੱਲ ਠੀਕ ਲੱਗਦੀ, ਕਹਿੰਦਾ ਕਿ 2-4 ਬੰਦੇ ਹੈਗੇ ਨੇ ਜਿਨ੍ਹਾਂ ਸਵੇਰੇ ਉੱਠ ਕੇ ਮੈਨੂੰ ਗਾਲਾਂ ਕੱਢਣੀਆਂ। ਸੋ ਜਿਹੀ ਸੂਰਤ ਵਿੱਚ ਚਾਹੀਦਾ ਹੈ ਕਿ ਜਿਹੜੇ ਕਾਂਗਰਸ ਮਤਲਬ ਜਿਹੜੀ ਵਿਰੋਧੀ ਧਿਰ ਹੈ ਕਿ ਠੀਕ ਆ, ਜੇਕਰ ਇਸ ਵੇਲੇ ਕਿਸਾਨਾਂ ਦਾ ਮੁੱਦੇ ਕਿਸਾਨਾਂ ਦਾ ਸੰਘਰਸ਼ ਦੇ ਤੁਸੀਂ ਨਾਲ ਜੇ ਤਾਂ ਫਿਰ ਇਹ ਸਮਾਂ ਟਵੀਟ ਪਾਉਣ ਦਾ ਨਹੀਂ ਆ, ਇਹ ਮੁੱਦਾ ਉਹਨਾਂ ਦੇ ਨਾਲ ਖਲੋਂਦਾ ਆ। ਤਾਂ ਸ਼ਾਇਦ ਜੇਕਰ ਨਾਲ ਖਲੋਂਦੇ ਤੇ ਤੁਹਾਡੀ ਡਿੱਗੀ ਹੋਈ ਸਾਖ ਪੰਜਾਬ ਦੇ ਵਿੱਚ ਕੁਝ ਮਾਹੌਲ ਕਾਇਮ ਕਰ ਸਕੇ। ਨਾ ਤਾਂ ਇਸ ਮੁੱਦੇ ਤੇ ਅਕਾਲੀ ਦਲ ਲੱਗੇ ਆਇਆ ਤੇ ਨਾ ਹੀ ਕੋਈ ਵਿਰੋਧੀ ਧਿਰ ਆਈ ਹੈ। ਬਾਕੀ ਇਹ ਹੁਣ ਮੁੱਦਾ ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਹੈਗਾ। ਹੁਣ ਇਹ ਵੇਖਣਾ ਹੋਵੇਗਾ ਕਿ ਅੱਜ ਦਾ ਦਿਨ ਜਿਹੜਾ ਆ ਕਿਹੋ ਜਿਹਾ ਰਹੇਗਾ, ਕਿਉਂਕਿ ਟਕਰਾਓ ਜਿਹੜਾ ਦੋਵਾਂ ਪਾਸਿਆਂ ਤੋਂ ਆ, ਸਰਕਾਰ ਇਸ ਪਾਸੇ ਵੱਜੇ ਦੇ ਆ ਕਿ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਗਵਰਨਰ ਨਾਲ ਵੀ ਇਹ ਮੀਟਿੰਗ ਹੋ ਚੁੱਕੀ ਆ, ਸਰਕਾਰ ਨਾਲ ਵੀ ਮੀਟਿੰਗ ਹੋ ਚੁੱਕੀ ਆ। ਦੂਜੇ ਪਾਸੇ ਕਿਸਾਨ ਵੀ ਇਸ ਗੱਲੋਂ ਵੱਜੇ ਨੇ। ਬਾਕੀ ਲਖਵਿੰਦਰ ਜੀ ਇੱਕ ਗੱਲ ਇੱਥੇ ਇਹ ਵੀ ਜ਼ਰੂਰ ਕਰਦੀ ਬਣਦੀ ਹੈ ਕਿ ਇਸ ਸਭ ਦਾ ਅਸਰ ਜਿਹੜਾ ਆ ਪੰਜਾਬ ਦੇ ਲੋਕਾਂ ਤੇ ਨਾ ਪਵੇ, ਆਮ ਲੋਕਾਂ ਤੇ ਨਾ ਪਵੇ, ਆਮ ਲੋਕ ਪ੍ਰਭਾਵਿਤ ਨਾ ਹੋਣ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਲੋਕ ਹੁੰਦੇ ਰਹੇ ਆ। ਜੇਕਰ ਆਮ ਲੋਕ ਵੀ ਪ੍ਰਭਾਵਿਤ ਹੋਏ ਤਾਂ ਇਸ ਦਾ ਸਿੱਟਾ ਫਿਰ ਉਹ ਹੀ ਨਿਕਲੇਗਾ ਜੋ ਬੀਤੇ ਦੌਰ 'ਚ ਹੋਇਆ। ਸੋ ਕਿਸਾਨ ਜਥੇਬੰਦੀਆਂ ਨੂੰ ਵੀ ਚਾਹੀਦਾ ਕਿ ਠੀਕ ਆ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖੋ, ਪਰ ਉਹ ਸੰਘਰਸ਼ ਦਾ ਅਸਰ ਆਮ ਲੋਕਾਂ ਤੇ ਨਹੀਂ ਪੈਣਾ ਚਾਹੀਦਾ। ਇਸ ਗੱਲ ਜਿਹੜੀ ਜ਼ਰੂਰ ਯਕੀਨੀ ਤੌਰ ਤੇ ਬਣਾਈ ਰੱਖਣੀ ਚਾਹੀਦੀ ਹੈਗੀ ਆ ਤਾਂ ਜੋ ਸੰਘਰਸ਼ ਤੁਹਾਡਾ ਠੀਕ ਲੀਹਾਂ ਤੇ ਚੱਲੇ। ਇਸ ਤਰ੍ਹਾਂ ਨਾ ਹੋਵੇ ਕਿ ਸਧਾਰਨ ਲੋਕ ਜਿਹੜੇ ਪ੍ਰਭਾਵਿਤ ਹੋਣ ਤਾਂ ਉਹ ਤੁਹਾਡੇ ਤੋਂ ਦੂਰ ਜਾਣ। ਇਸ ਗੱਲ ਨੂੰ ਜ਼ਰੂਰ ਮੱਦੇ ਨਜ਼ਰ ਰੱਖਿਆ ਜਾਣਾ ਚਾਹੀਦਾ। ਜੀ ਬਿਲਕੁਲ ਇਹੀ ਕਾਰਨ ਹੈ ਵੀ ਸਰਕਾਰ ਦੇ ਵੱਲੋਂ ਚੰਡੀਗੜ੍ਹ ਨੂੰ ਸੀਲ ਕੀਤਾ ਗਿਆ ਤਾਂ ਜੋ ਕਿਸਾਨ ਚੰਡੀਗੜ੍ਹ ਵੱਲ ਕੂਚ ਨਾ ਕਰ ਸਕਣ। ਸੋ ਜਦੋਂ ਬੈਰੀਗੇਟਿੰਗ ਦੇ ਕੋਲੇ ਆਖਰ ਕਿਸਾਨ ਪਹੁੰਚਣਗੇ ਕਿ ਮਸਲੇ ਦਾ ਕੋਈ ਹੱਲ ਹੋਏਗਾ, ਕਿ ਕਿਸਾਨ ਪ੍ਰਸ਼ਾਸਨ ਦੀਆਂ ਗੱਲਾਂ ਨੂੰ ਮੰਨ ਕੇ ਧਰਨਾ ਨਹੀਂ ਲਗਾਉਣਗੇ, ਜਾਂ ਫਿਰ ਜਿਸ ਤਰੀਕੇ ਨਾਲ ਦੋ ਆਪਾਂ ਸਟੇਟਾਂ ਦੀ ਕਾਲ ਕਹਿ ਸਕਦੇ ਹਾਂ, ਪੰਜਾਬ ਤੇ ਹਰਿਆਣਾ ਰਲ ਕੇ ਕਾਲ ਦਿੱਤੀ ਸੀ ਕਿ ਉਹ ਧਰਨਾ ਲਗਾਉਣਗੇ, ਧਰਨਾ ਦਿੱਲੀ ਦੀ ਤਰਜ਼ ਤੇ ਹੋਏਗਾ ਜਾਂ ਫਿਰ ਉਸ ਤੋਂ ਪਹਿਲਾਂ ਹੀ ਕੋਈ ਵਿਚਕਾਰਲਾ ਰਾਸਤਾ ਕੱਢਣ ਦੀ ਕੋਸ਼ਿਸ਼ ਕੀਤੀ ਜਾਊਗੀ। ਕਿਸ ਤਰ੍ਹਾਂ ਦਾ ਹਾਲਾਤ ਬਣਨਗੇ ਇਹ ਤੁਹਾਨੂੰ ਪਲ ਪਲ ਦੀ ਰਿਪੋਰਟ ਵੀ ਅਸੀਂ ਆਪਣੇ ਚੈਨਲ ਤੋਂ ਦਿੰਦੇ ਰਹਾਂਗੇ। ਤੇ ਉਧਰ ਗੱਲ ਮਾਨ ਸਰਕਾਰ ਦੇ ਵੱਲੋਂ ਵੱਡੇ ਵਾਅਦਿਆਂ ਦੀ, ਵੱਡੇ ਐਲਾਨਾਂ ਦੀ ਕਰੀਏ, ਕਿਉਂਕਿ ਕੱਲ 2 ਵੱਡੇ ਐਲਾਨ ਕੀਤੇ ਗਏ ਨੇ ਮਾਨ ਸਰਕਾਰ ਦੇ ਵੱਲੋਂ ਆਮ ਲੋਕਾਂ ਦੇ ਲਈ, ਜਿਨ੍ਹਾਂ ਦੇ ਵਿੱਚ ਇੱਕ ਬਿੱਲਾਂ ਨੂੰ ਲੈ ਕੇ ਹੈ ਵੀ ਬਿੱਲ ਲਿਆਓ ਤੇ ਇਨਾਮ ਪਾਓ, ਤੇ ਨਾਲ ਹੀ ਨਾਲ ਪੰਚਾਇਤਾਂ ਦੇ ਲਈ ਵੀ ਇੱਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ, ਮੁੱਖ ਮੰਤਰੀ ਪਿੰਡ ਏਕਤਾ ਸਨਮਾਨ। ਇਹ ਯੋਜਨਾ ਦਾ ਨਾਮ ਵੀ ਰੱਖਿਆ ਗਿਆ, ਜਿਹਦੇ ਵਿੱਚ ਜਿਵੇਂ ਮਾਨ ਸਾਹਿਬ ਪਹਿਲਾਂ ਐਲਾਨ ਕਰ ਰਹੇ ਸੀ ਵੀ ਜਿਹੜੇ ਲੋਕ ਸਰਬਸੰਮਤੀ ਨਾਲ ਪੰਚਾਇਤਾਂ ਬਣਾਉਣਗੇ ਉਹਨਾਂ ਨੂੰ ਅਸੀਂ ਵੱਡੇ ਸਨਮਾਨ ਦੇਵਾਂਗੇ, 5 ਲੱਖ ਰੁਪਏ ਦੀ ਰਾਸ਼ੀ ਵੀ ਦੇਵਾਂਗੇ। ਐਲਾਨ ਹੋ ਚੁੱਕੇ ਨੇ, ਲੇਕਿਨ ਇਹਦੇ ਨਾਲ ਹੀ ਕੱਲ ਇੱਕ RTI ਨੇ ਸਰਕਾਰ ਦੇ ਦਾਅਵਿਆਂ ਨੂੰ ਮਧੋਲ ਕੇ ਰੱਖ ਦਿੱਤਾ ਹੈ, ਕਿਉਂਕਿ ਸਰਕਾਰ ਸੱਤਾ ਵਿੱਚ ਆਉਣ ਸਾਰ ਉਹਨੇ 16 ਨਵੇਂ ਮੈਡੀਕਲ ਖੋਲ੍ਹਣ ਦੀ ਗੱਲ ਕੀਤੀ ਸੀ। ਇੱਕ RTI ਦੇ ਵਿੱਚ ਇਸ ਸੰਬੰਧ ਦੇ ਵਿੱਚ ਖੁਲਾਸੇ ਹੋਏ ਨੇ ਕਿ ਅਜੇ ਤਾਂ ਇਹਨਾਂ 16 ਮੈਡੀਕਲ ਕਾਲਜਾਂ ਦਾ ਕੋਈ ਖਾਰਡਾ ਹੀ ਤਿਆਰ ਨਹੀਂ ਹੋਇਆ। ਕਿਵੇਂ ਦੇਖ ਰਹੇ ਹੋ ਉਸ RTI ਦੇ ਵਿੱਚ ਆਏ ਅੰਕੜਿਆਂ ਨੂੰ, ਹੋਏ ਖੁਲਾਸਿਆਂ ਨੂੰ, ਤੇ ਕਿਵੇਂ ਦੇਖ ਰਹੇ ਹੋ ਜਿਹੜੇ ਵੱਡੇ ਐਲਾਨ ਕੱਲ ਪੰਜਾਬ ਦੇ ਲੋਕਾਂ ਦੇ ਲਈ ਮਾਨ ਸਰਕਾਰ ਵੱਲੋਂ ਕੀਤੇ ਗਏ ਨੇ, ਕਿ ਮਾਨ ਸਰਕਾਰ ਦੇ ਉੱਪਰ ਲੋਕ ਇਹਨਾਂ ਫਲੈਕਸਾਂ ਤੋਂ ਬਾਅਦ, ਕਿਉਂਕਿ ਫਲੈਕਸਾਂ ਦੇ ਉੱਪਰ ਵੀ 16 ਮੈਡੀਕਲ ਕਾਲਜਾਂ ਦੀ ਗੱਲ ਕੀਤੀ ਗਈ ਸੀ, ਲੱਖਾਂ ਰੁਪਏ ਖਰਚਾ ਉੱਥੇ ਵੀ ਹੋ ਗਿਆ ਸੀ, ਕਿ ਲੋਕ ਹੁਣ ਇਹਨਾਂ ਐਲਾਨਾਂ ਦੇ ਉੱਪਰ ਵਿਸ਼ਵਾਸ ਕਰਨਗੇ। ਕਿਵੇਂ ਦੇਖ ਰਹੇ ਹੋ ਦੋਵਾਂ ਮਾਮਲਿਆਂ ਨੂੰ?
ਦੇਖੋ, ਦੋ ਐਲਾਨ ਦੇ ਸੰਬੰਧੀ ਤੁਸੀਂ ਗੱਲ ਕੀਤੀ। ਇੱਕ ਤਾਂ ਤੁਸੀਂ ਗੱਲ ਕੀਤੀ ਕਿ ਮੁੱਖ ਮੰਤਰੀ ਵੱਲੋਂ ਮਾਨ ਸਾਹਿਬ ਵੱਲੋਂ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਬਣਨਗੀਆਂ ਉਹਨਾਂ ਨੂੰ ਵਿਸ਼ੇਸ਼ ਸਨਮਾਨ ਜਿਹੜਾ 5 ਲੱਖ ਦੀ ਸਹਾਇਤਾ ਦੇ ਰੂਪ 'ਚ ਦਿੱਤਾ ਜਾਵੇ। ਦੂਜਾ ਐਲਾਨ ਜਿਹੜਾ ਸੀ, ਤੁਸੀਂ ਬਿੱਲ ਲਿਆਓ ਇਨਾਮ ਪਾਓ, ਜੋ ਹਰਪਾਲ ਸਿੰਘ ਚੀਮਾ ਉਹਨਾਂ ਨੇ ਗੱਲ ਕਹੀ ਸੀ ਤਾਂ ਜੋ GST ਦੀ ਦਰ ਵਧੇ, ਇਹ ਐਲਾਨ ਜਿਹੜਾ ਹੋਇਆ ਸੀ। ਤੁਹਾਡੇ ਦੂਸਰੇ ਪ੍ਰਸ਼ਨ ਦਾ ਮੈਂ ਜਵਾਬ ਬਾਅਦ 'ਚ ਦਿੰਦਾ। ਦੇਖੋ, ਇਹ ਜਿਹੜੇ ਦੋ ਐਲਾਨ ਨੇ, ਇਹ ਐਲਾਨ ਜਿਹੜੇ ਨਾ ਅਮਲੀ ਰੂਪ ਦੇ ਵਿੱਚ ਜਾਮਾ ਪਹਿਨਾਉਣ ਦੇ ਨਜ਼ਰ ਆਉਣਗੇ, ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ। ਕਾਰਨ ਉਸ ਦਾ ਇਹ ਆ ਕਿਉਂਕਿ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੇ ਤੇ ਲੋਕ ਸਭਾ ਚੋਣਾਂ ਨੂੰ ਟਾਰਗੇਟ ਕਰਕੇ ਹੀ 6 ਮਹੀਨੇ ਪਹਿਲਾਂ ਪੰਚਾਇਤੀ ਚੋਣਾਂ ਨੂੰ ਕਰਾਉਣ ਦਾ ਜਿਹੜਾ ਐਲਾਨ ਜਿਹੜਾ ਉਹ ਕੀਤਾ ਗਿਆ। ਤੇ ਜੇਕਰ ਸਰਕਾਰ ਆਪਣੇ ਇਸ ਨਿਰਧਾਰਿਤ ਨਿਸ਼ਾਨੇ ਨੂੰ ਲੈ ਕੇ ਉਸਨੇ ਚੋਣਾਂ ਦਾ ਐਲਾਨ ਕੀਤਾ, ਨੂੰ ਲੈ ਕੇ ਸਫਲ ਹੁੰਦੀ ਆ ਤਾਂ ਪੰਚਾਇਤਾਂ ਉਸ ਦੀ ਪਾਰਟੀ ਨਾਲ ਸੰਬੰਧਿਤ ਪੰਜਾਬ ਦੇ ਵੱਡੇ ਖੇਤਰ ਨੂੰ ਆਪਣੇ ਕਲਾਵੇ ਵਿੱਚ ਲੈਂਦੀਆਂ ਨੇ, ਤਾਂ ਫਿਰ ਜਿਹੜੀ ਇਹ ਰਾਸ਼ੀ ਜਿਹੜੀ ਦਿੱਤੀ ਤੇ ਜਾਣੀ ਚਾਹੇ ਪਿੰਡਾਂ ਦੇ ਵਿਕਾਸ ਦੇ ਰੂਪ ਦੇ ਵਿੱਚ ਜਾਂ ਮਾਨ ਸਨਮਾਨ ਦੇ ਰੂਪ ਦੇ ਵਿੱਚ ਹੁੰਦੀ ਹੈ, ਪਰ ਅਸਲ ਦੇ ਵਿੱਚ ਇਹ ਰਾਸ਼ੀ ਜਿਹੜੀ ਹੁੰਦੀ ਆ ਇਹ ਖਾਸ ਤੌਰ ਤੇ ਆਪਣੇ ਹਲਕੇ ਦੇ ਜਾਂ ਆਪਣੇ ਖੇਤਰ ਦੇ ਲੋਕਾਂ ਨੂੰ ਖਾਸ ਖੁਸ਼ ਕਰਨ ਦੇ ਮੁੱਦੇ ਜਾਂ ਖਾਸ ਹਲਕੇ ਦੇ ਵਿਕਾਸ ਵਾਸਤੇ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ। ਸੋ ਇਸ ਗੱਲ 'ਚ ਤਾਂ ਕੋਈ ਸ਼ੱਕ ਨਹੀਂ ਕਿ ਇੱਕ ਵਾਰ ਤਾਂ ਇਹ ਰਾਸ਼ੀ ਜਿਹੜੀ ਹੈ 2024 ਤੋਂ ਪਹਿਲਾਂ ਉਹਨਾਂ ਸਰਬਸੰਮਤੀ ਪੰਚਾਇਤਾਂ ਨੂੰ ਦੇਣਗੇ ਜ਼ਰੂਰ, ਇੱਕ ਵਾਰੀ ਤਾਂ ਜ਼ਰੂਰ ਦਿੱਤੀ ਜਾਏਗੀ। ਬਾਅਦ 'ਚ ਦੇਣ ਜਾਂ ਨਾ ਦੇਣ ਇਹ ਗੱਲਾਂ ਵੱਖਰੀਆਂ, ਦੇਣੀ ਇੱਕੋ ਵਾਰੀ ਹੈ ਤਾਂ ਉਹ ਗੱਲ ਐਲਾਨ ਜਿਹੜਾ ਉਹ ਹੋ ਜਾਏਗਾ, ਲੱਗਦਾ ਪੂਰਾ ਹੋਵੇਗਾ। ਦੂਜਾ GST ਵਾਲੀ ਜਿਹੜੀ ਗੱਲ ਸੀ ਕਿ ਬਿੱਲ ਲਿਆਓ, GST ਲਿਆਓ, ਹੁਣ ਇਹਦੇ ਉੱਤੇ ਇਹ ਜਿਹੜਾ ਸਰਕਾਰ ਦੀ ਜਿਹੜੀ ਯੋਜਨਾ, ਇਹਦੇ ਵਿੱਚ ਸਰਕਾਰ ਉਨੀ ਪੂਰਨ ਤੌਰ ਤੇ ਜ਼ਿੰਮੇਵਾਰ ਮਤਲਬ ਉਹਦੀ ਜ਼ਿੰਮੇਵਾਰੀ ਹੈ ਨਹੀਂ ਜਿੰਨੀ ਜ਼ਿੰਮੇਵਾਰੀ ਖਪਤਕਾਰ ਦੀ ਹੈ। ਕਿ ਖਪਤਕਾਰ ਇੰਨਾ ਸੁਚੇਤ ਹੈਗਾ ਕਿ ਉਹ ਬਿੱਲ ਮੰਗੇਗਾ। ਮੈਂ ਇੱਕ ਸਟਾਰਟ ਗੱਲ ਕਰਾਂਗਾ, ਸਰਕਾਰ ਨੇ ਤਾਂ ਇਸ ਯੋਜਨਾ ਦਾ ਐਲਾਨ ਕਰ ਦਿੱਤਾ, ਹੁਣ ਖਪਤਕਾਰ ਨੂੰ ਸੁਚੇਤ ਕਰਨਾ ਜਾਂ ਖਪਤਕਾਰ ਕੀ ਸਰਕਾਰ ਦੇ ਇਸ ਯੋਜਨਾ ਦੇ ਪ੍ਰਤੀ ਆਕਰਸ਼ਿਤ ਹੋ ਕੇ ਕੀ ਦੁਕਾਨਦਾਰ ਪਾਸੋਂ ਬਿੱਲ ਮੰਗੇਗਾ, ਪ੍ਰਸ਼ਨ ਇਹਦੇ ਉੱਤੇ ਟਿਕਦਾ ਹੈਗਾ। ਇਹ ਯੋਜਨਾ ਸਫਲ ਹੋਣਾ ਜਾਂ ਨਾ ਹੋਣਾ ਇਹ ਖਪਤਕਾਰ ਤੇ ਨਿਰਭਰ ਕਰਦਾ, ਕਿਉਂਕਿ ਮੇਰੇ ਜਾਂ ਤੁਹਾਡੇ ਵਰਗਾ ਬੰਦਾ ਜਦੋਂ ਕੋਈ ਵੀ ਸਮਾਨ ਖਰੀਦਦਾ, ਅਸੀਂ ਕਹਿੰਦੇ ਯਾਰ ਦੱਸ ਕਿੰਨੇ ਪੈਸੇ, ਨਾ ਅਸੀਂ ਕਦੀ ਬਿੱਲ ਮੰਗਿਆ ਤੇ ਨਾ ਹੀ ਕਦੀ ਉਸਨੇ ਬਿੱਲ ਦੇਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਇੰਨੇ ਪੈਸੇ ਬਿੱਲ ਫੜਾਇਆ, ਉਸ ਦਾ ਕੰਮ ਸਰ ਗਿਆ। ਜੇਕਰ ਮੇਰੇ ਵਰਗਾ ਕਦੇ ਕਦਾਈ ਕਿਤੇ ਮਾਲ 'ਚ ਚਲਾ ਜਾਂਦਾ ਤੇ ਜਦੋਂ ਉੱਥੇ ਬਿੱਲ ਸਮਾਨ ਦਾ ਖਰੀਦ ਕੇ ਬਿੱਲ ਵੇਖਦਾ ਤੇ ਜਦੋਂ ਥੱਲੇ GST ਵੇਖਦਾ ਕਿ ਹਾਂਜੀ ਮੰਨ ਲਓ ਕਿ ਮੈਂ 2,500 ਦਾ ਸਮਾਨ ਖਰੀਦਾ ਤੇ ਅੱਗੇ 2500 ਮੰਨ ਲਓ 250 ਰੁਪਈਆ ਮੈਨੂੰ GST ਪਈ ਹੈ, ਤਾਂ ਇੱਕ ਵਾਰੀ ਮੈਂ ਵੇਖ ਕੇ ਜ਼ਰੂਰ ਸੋਚਿਆ ਯਾਰ 250 ਰੁਪਈਆ ਕਹਿੰਦਾ ਜੀ GST, ਫਿਰ ਮੈਂ ਸੋਚਦਾ ਯਾਰ ਮੈਂ ਤੇ 250 ਰੁਪਏ ਦਾ ਦੇਣਾ, ਉੱਥੇ ਚੰਗਾ ਸੀ ਉੱਥੋਂ ਲੈ ਲੈਂਦਾ। ਤਾਂ ਅਗਲੀ ਵਾਰੀ ਫਿਰ ਮੈਂ ਉੱਥੋਂ ਜਾਣ ਤੋਂ ਗੁਰੇਜ਼ ਜ਼ਰੂਰ ਕਰਦਾ ਕਿ ਯਾਰ ਐਵੇਂ 250 ਰੁਪਈਆ ਵਾਧੂ ਦੇਣਾ। ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਖਪਤਕਾਰ ਆ ਉਹ ਬਿੱਲ ਲੈਣ ਤੋਂ ਝਿਜਕਦਾ। ਹਾਂ, ਜਾਂ ਤੇ ਸਰਕਾਰ ਹੁਣ ਇਹ ਗੱਲ ਕਵੇ ਕਿ ਜਿੰਨਾ ਤੁਸੀਂ GST ਦਾ ਤੁਸੀਂ ਦਿੰਦੇ ਜੇ ਉਹਨਾਂ ਦੂਣਾ ਤੁਹਾਨੂੰ ਦਿੱਤਾ ਜਾਵੇਗਾ, ਕਿ ਜਿੰਨੀ GST ਤੁਸੀਂ ਕਟਾਉਂਦੇ ਜੇ ਤਾਂ ਤੁਸੀਂ ਬਿੱਲ ਲਿਆਓ ਸਾਡੇ ਕੋਲ, ਉਸ GST ਦਾ ਤੁਹਾਨੂੰ 20% ਜਾਂ 50% ਤੁਹਾਨੂੰ ਅਸੀਂ ਵਾਪਸ ਕਰਾਂਗੇ ਜੋ ਤੁਸੀਂ ਦਿੰਦੇ ਜੇ ਬਿੱਲ ਦਾ। ਤਾਂ ਫਿਰ ਤਾਂ ਖਪਤਕਾਰ ਸੁਚੇਤ ਜ਼ਰੂਰ ਹੋਏਗਾ। ਹੁਣ ਇਨਾਮ ਪਤਾ ਨਹੀਂ ਕਿਹੜਾ ਸਰਕਾਰ ਦੇ ਦੇਣਾ ਕਿ ਸਰਕਾਰ ਮਤਲਬ ਬਿੱਲ ਕਟਾ ਕੇ ਵਿਅਕਤੀ ਸਰਕਾਰ ਪਾਸ ਜਾਂਦਾ, ਸੰਬੰਧਿਤ ਅਧਿਕਾਰੀ ਜੀ ਆ ਲਓ ਜੀ ਮੈਨੂੰ ਦੋ ਕੋਈ ਇਨਾਮ ਜਿਹੜਾ ਦੇਣਾ, ਅਗਲਾ ਇੱਕ ਪੈਨ ਕੱਢ ਕੇ ਦਿੰਦਾ ਜੀ ਲਓ ਜਨਾਬ ਜੀ ਆ ਪੈਨ ਲਓ, ਤਾਂ ਫਿਰ ਉਸ ਪੈਨ ਨੂੰ ਲੈ ਕੇ ਖਪਤਕਾਰ ਨੇ ਚੱਟਣਾ ਥੋੜਾ ਆ। ਸੋ ਇਹ ਸਰਕਾਰ ਤੇ ਉਹਨਾਂ ਨਹੀਂ ਹੈ ਜਿੰਨਾ ਖਪਤਕਾਰ ਤੇ ਨਿਰਭਰ ਕਰਦਾ। ਸਰਕਾਰ ਨੂੰ ਚਾਹੀਦਾ ਕਿ ਜੇਕਰ ਉਸਨੇ ਆਪਣੀ ਇਸ ਯੋਜਨਾ ਨੂੰ ਸਫਲ ਕਰਨਾ ਤਾਂ ਪਹਿਲਾਂ ਕਲੀਅਰ ਕਰੇ ਕਿ ਇਨਾਮ ਕੀ ਹੋਣਗੇ, ਕੀ ਉਹ ਕੋਈ ਮੋਮੈਂਟੋ ਦੇ ਰੂਪ 'ਚ ਹੋਣਗੇ ਜਾਂ ਰਾਹਤ ਰਾਸ਼ੀ ਜਾਂ ਕੀ ਹੋਣਗੇ, ਰਾਸ਼ੀ ਦੇ ਰੂਪ 'ਚ ਹੋਣਗੇ ਜਾਂ ਕੋਈ ਛੋਟ ਹੋਵੇਗੀ ਜਾਂ ਕਿਸੇ ਚੀਜ਼ 'ਚ ਰਾਹਤ ਹੋਵੇਗੀ। ਇਹੋ ਜਿਹੀ ਹੋਵੇ ਤਾਂ ਫਿਰ ਤਾਂ ਲੋਕ ਸੁਚੇਤ ਹੋਣਗੇ, ਤਾਂ ਹੀ ਇਹ ਯੋਜਨਾ ਜਿਹੜੀ ਸਫਲ ਹੋਏਗੀ। ਹੁਣ ਤੀਸਰੀ ਜਿਹੜੀ ਅੱਗੇ ਤੁਸੀਂ ਗੱਲ ਕੀਤੀ ਹੈ ਕਿ ਉਹ ਕੀਤੀ 16 ਮੈਡੀਕਲ ਕਾਲਜਾਂ ਦੀ। ਇਹ ਜਿਹੜਾ 16 ਮੈਡੀਕਲ ਕਾਲਜ ਨੇ ਇਹ ਭਗਵੰਤ ਮਾਨ ਦਾ ਇੱਕ ਡ੍ਰੀਮ ਪ੍ਰੋਜੈਕਟ ਨੇ, ਜਿਹੜਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਇੱਕ ਜਿਹੜਾ ਮੈਡੀਕਲ ਕਾਲਜ ਖੋਲ੍ਹਣਾ। ਔਰ ਸਭ ਤੋਂ ਪਹਿਲੀ ਸ਼ੁਰੂਆਤ ਉਹਨਾਂ ਨੇ
ਸੰਗਰੂਰ ਤੋਂ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਲਾਗੇ ਜਾ ਕੇ ਜਿਹੜੀ ਜ਼ਮੀਨ ਸੀ ਉੱਥੋਂ ਸ਼ੁਰੂ ਕੀਤੀ। ਅਜੇ ਉਹ ਸ਼ੁਰੂ ਨਹੀਂ ਸੀ ਕੀਤੀ ਤਾਂ ਉਹ ਕਹਿੰਦੇ ਨੇ ਕਿ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆ ਗਈ, ਬਹੁਤ ਕੁਝ ਰਿਲਕਾ ਪਿਆ। ਚੰਦ ਦਿਨ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਸੀ ਕਿ ਹਾਂ ਵੀ ਸਰਕਾਰ ਨੂੰ ਮਤਲਬ ਕਿਸੇ ਕੋਈ ਜ਼ਮੀਨ ਮੰਗਣੀ ਥੋੜ੍ਹਾ ਹੁੰਦੀ ਹੈ, ਸਰਕਾਰ ਨੇ ਤਾਂ ਅਕਵਾਇਰ ਕਰਦੀ ਹੁੰਦੀ ਹੈ, ਸਰਕਾਰ 2 ਮਿੰਟ 'ਚ ਅਕਵਾਇਰ ਜਿਹੜੀ ਉਹ ਕਰ ਸਕਦੀ ਹੈ। ਸੁਖਬੀਰ ਸਿੰਘ ਬਾਦਲ ਕਿਉਂਕਿ ਆਪ ਸਰਕਾਰ ਉਹਨਾਂ ਨੇ ਹੰਢਾਈ ਹੈ, ਸਰਕਾਰ ਚਲਾਈ ਆ, ਇਸ ਕਰਕੇ ਉਹਨਾਂ ਨੂੰ ਅਨੁਭਵ ਸੀ, ਉਹਨਾਂ ਦਾ ਤਜਰਬਾ ਬੋਲਦਾ ਸੀ। ਤੇ ਸ਼ਾਇਦ ਉਹ ਤਜਰਬਾ ਭਗਵੰਤ ਮਾਨ ਕੋਲ ਹੈ ਨਹੀਂ ਜਿੰਨਾ ਸੁਖਬੀਰ ਸਿੰਘ ਬਾਦਲ ਹੋਣਾ ਕੋਲ ਸੀ। ਤੇ ਉਹ ਇੰਨੀ ਗੱਲ ਕਹਿ ਗਈ। ਬਾਕੀ ਜੇਕਰ ਵਾਕਈ 2 ਮਿੰਟਾਂ 'ਚ ਸਰਕਾਰ ਦਾ ਕੰਮ ਕਿਸੇ ਜ਼ਮੀਨ ਨੂੰ ਅਕਵਾਇਰ ਕਰਦਾ ਹੁੰਦਾ ਤਾਂ ਫਿਰ ਹਾਈ ਕੋਰਟਾਂ ਜਾਂ ਸੁਪਰੀਮ ਕੋਰਟਾਂ ਲਖਵਿੰਦਰ ਜੀ ਨਾ ਹੁੰਦੀਆਂ। ਚਲੋ ਉਹ ਇੱਕ ਅਲੱਗ ਤਰ੍ਹਾਂ ਦਾ ਵਿਸ਼ਾ ਹੈਗਾ। ਹੁਣ ਪ੍ਰਸ਼ਨ ਤੁਹਾਡਾ ਸੀ ਕਿ ਉਸ RTI ਦਾ ਜਿਹਦੇ ਵਿੱਚ ਕਿਹਾ ਕਿ ਕੋਈ ਵੀ ਖਾਕਾ ਕੋਈ ਵੀ ਇੱਦਾਂ ਦਾ ਨਜ਼ਰ ਨਹੀਂ ਆਇਆ। ਤੁਸੀਂ RTI ਨੂੰ ਛੱਡੋ, ਉਹਦੇ ਸੰਬੰਧਿਤ ਚਲੋ ਕਿਸੇ ਨੇ ਜਾਣਕਾਰੀ ਮੰਗੀ ਜਾਂ ਉਹ ਪਤਾ ਲੱਗ ਗਿਆ। ਅਜੇ ਤੱਕ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦਾ ਨਾਮੋ ਨਿਸ਼ਾਨ ਜਿਹੜਾ ਨਹੀਂ ਹੈਗਾ। ਜਦੋਂ ਦੀ ਸਰਕਾਰ ਬਣੀ ਨੂੰ ਪੌਣੇ 2 ਸਾਲ ਜਿਹੜੇ ਹੋ ਚੱਲੇ ਨੇ, ਤੇ ਜੇਕਰ ਤੁਸੀਂ 16 ਮੈਡੀਕਲ ਕਾਲਜ ਖੋਲ੍ਹਣੇ ਨੇ ਤੇ ਹੁਣ ਜੇਕਰ 4 ਸਾਲ ਵੀ ਸਰਕਾਰ ਤੇ ਬਚਦੇ ਤਾਂ 4 ਚੌਕੇ 16, ਹਰ ਸਾਲ ਦੇ ਵਿੱਚ ਤੁਹਾਨੂੰ 4 ਕਾਲਜ ਖੋਲ੍ਹਣੇ ਪੈਣੇ ਸਨ। ਪਰ ਹੁਣ ਤਾਂ 2 ਸਾਲ ਦੇ ਕਰੀਬ 1.5 ਸਾਲ ਹੋ ਚੱਲਿਆ ਤੁਹਾਡੀ ਸਰਕਾਰ ਬਣੇ ਨੂੰ। ਸੋ ਇਹ ਜਿਹੜਾ ਡ੍ਰੀਮ ਪ੍ਰੋਜੈਕਟ ਆ ਮਾਨ ਸਾਹਿਬ ਦਾ, ਇਹ ਮਹਿਜ਼ ਐਲਾਨਨਾਮਾ ਹੀ ਲੱਗਦਾ ਆ। ਅਸਲ ਮਤਲਬ ਸੱਚ ਹੁੰਦਾ ਦਿਖਾਈ ਜਿਹੜਾ ਉਹ ਨਹੀਂ ਦਿੰਦਾ। ਡ੍ਰੀਮ ਪ੍ਰੋਜੈਕਟ ਹੀ ਮੈਂ ਕਿਹਾ ਅਸਲ ਸੱਚ ਹੁੰਦਾ ਦਿਖਾਈ ਨਹੀਂ ਦਿੰਦਾ। ਉਹਨਾਂ ਨੇ ਐਲਾਨ ਤਾਂ ਜ਼ਰੂਰ ਕਰ, ਐਲਾਨ ਤਾਂ ਚਲੋ ਉਹਨਾਂ ਨੇ ਹੋਰ ਵੀ ਬੜੇ ਕੀਤੇ ਨੇ, ਪੂਰੇ ਹੋਏ ਕਿ ਨਹੀਂ ਹੋਏ ਇਹ ਵੀ ਉਹਨਾਂ ਨੇ ਕਰ ਦਿੱਤਾ। ਬਾਕੀ ਹੁਣ ਇਹ ਵੇਖਣਾ ਹੋਵੇਗਾ ਕਿ ਇਹ ਡ੍ਰੀਮ ਪ੍ਰੋਜੈਕਟ ਜਿਹੜਾ ਕਦੋਂ ਉਹਨਾਂ ਦਾ ਸੱਚ ਹੁੰਦਾ। ਚਲੋ 16 ਨਾ ਸਹੀ, ਤੁਸੀਂ ਮਹੱਤਵਪੂਰਨ ਜਿਹੜੇ ਕਾਲਜ ਮਤਲਬ ਸ਼ਹਿਰ ਨੇ ਉਹਨਾਂ 'ਚ 1-1, 2-2 ਮੈਡੀਕਲ ਕਾਲਜ ਖੋਲ੍ਹ ਦਿਓ ਤਾਂ ਜੋ ਘੱਟੋ ਘੱਟ ਤੁਸੀਂ ਕਹਿਣ ਜੋਗੇ ਤਾਂ ਹੋ ਜਾਓ ਕਿ ਹਾਂ ਭਈ ਆਪਾਂ 16 ਦੀ ਗੱਲ ਕੀਤੀ ਸੀ, ਇਹਨੇ ਨਹੀਂ ਖੋਲ੍ਹ ਸਕੇ। ਆਉਂਦੀ ਵਾਰੀ ਜੇ ਸਰਕਾਰ ਨੇ ਸਾਨੂੰ ਮੌਕਾ ਦਿੱਤਾ, ਅਸੀਂ ਇੰਨੇ ਲੋਕਾਂ ਨੇ ਮੌਕਾ ਦਿੱਤਾ, ਅਸੀਂ ਇੰਨੇ ਖੋਲ੍ਹ ਦਾਂਗੇ, ਇੰਨੀ ਗੱਲ ਹੀ ਕਹਿ ਦਿਓ। ਪਰ ਅਜੇ ਤੱਕ ਤਾਂ ਸਰਕਾਰ ਦੀ ਜਿਸ ਤਰੀਕੇ ਨਾਲ ਯਤਨ ਨੇ ਇਹਨਾਂ ਮੈਡੀਕਲ ਕਾਲਜਾਂ ਨੂੰ ਲੈ ਕੇ ਬਿਆਨ ਜ਼ਰੂਰ ਨੇ, ਪਰ ਜਿਸ ਤਰੀਕੇ ਨਾਲ ਉਹਨਾਂ ਦੇ ਯਤਨ ਨੇ ਇਹ ਲੱਗਦਾ ਨਹੀਂ ਕਿ ਮਾਨ ਸਾਹਿਬ ਦੇ ਇਹ ਜਿਹੜੇ ਸੁਪਨੇ ਲੋਕਾਂ ਨੂੰ ਦਿਖਾਏ ਨੇ ਇਹ ਕਦੇ ਸੱਚ ਹੋਣਗੇ ਮੈਡੀਕਲ ਕਾਲਜ ਦੇ। ਚੰਗਾ ਆ ਕਿ ਜੇ ਮੈਡੀਕਲ ਕਾਲਜ ਖੁੱਲ੍ਹ ਜਾਵੇ। ਇੱਕ ਹੋਰ ਮਤਲਬ ਬੜੀ ਮਹੱਤਵਪੂਰਨ ਖਬਰ ਜਿਹੜੀ ਬੀਤੇ ਦਿਨਾਂ 'ਚ ਆਈ ਕਿ ਜਿਸ ਤਰੀਕੇ ਨਾਲ ਉਹ ਵੀ ਲੋਕਾਂ ਨੂੰ ਇੱਕ ਸੁਪਨਾ ਦਿਖਾਇਆ ਗਿਆ ਕਿ ਲੁਧਿਆਣੇ ਦਾ ਜਿਹੜਾ ਸਿਟੀ ਸੈਂਟਰ ਜਿਹੜਾ ਬੜਾ ਮਸ਼ਹੂਰ ਕਪੜਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਸੀ, ਇਹਦੇ ਉਸ ਸਿਟੀ ਸੈਂਟਰ ਦੇ ਉੱਤੇ ਇੱਕ ਵੱਡਾ PGI ਵਰਗਾ ਇੱਕ PGI ਵਰਗਾ ਹਸਪਤਾਲ ਜਿਹੜਾ ਉੱਥੇ ਬਣਾਇਆ ਜਾਵੇਗਾ। ਇਹ ਵੀ ਐਲਾਨ ਜਿਹੜਾ ਬੀਤੀ ਦਿਨਾਂ 'ਚ ਪਤਾ ਲੱਗਾ ਕਿ ਉਹਨਾਂ ਮਾਨ ਸਾਹਿਬ ਵੱਲੋਂ ਕੀਤਾ ਗਿਆ। ਹੁਣ ਐਲਾਨ ਹੀ ਕਰਦੇ ਆ। ਬਾਕੀ ਜੇਕਰ ਵਾਕਿਆ ਉਹਨਾਂ ਨੇ ਐਲਾਨ ਕੀਤੇ ਤੇ ਜੇ ਵਾਕਿਆ ਹੀ ਇੱਦਾਂ ਹੋ ਜਾਂਦਾ ਤਾਂ ਫਿਰ ਤਾਂ ਪੰਜਾਬ ਤਰੱਕੀ ਦੇ ਇੱਕ ਨਵੇਂ ਪੜਾਅ ਜਿਹੜੇ ਤੈਅ ਕਰੂਗਾ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਵੀ ਐਲਾਨ ਜਿਹੜਾ ਮੈਂ ਸਿਟੀ ਸੈਂਟਰ ਦਾ ਨੂੰ PGI 'ਚ ਤਬਦੀਲ ਕਰਨਾ, ਇਹ ਵੀ ਉਹਨਾਂ 16 ਮੈਡੀਕਲ ਕਾਲਜਾਂ ਵਾਲਾ ਹੀ ਆ ਕਿ ਜਾਂ ਕੁਝ ਇਹਦੀ ਵੱਖਰੀ ਰੂਪਰੇਖਾ ਹੈਗੀ। ਜੀ ਬਿਲਕੁਲ ਬਿਲਕੁਲ ਸਰ। ਪਰ ਆਪਾਂ ਕਹੀਏ ਵੀ ਇਸ ਮਾਮਲੇ ਦੇ ਉੱਪਰ ਮਾਨ ਸਰਕਾਰ ਘਿਰਦੀ ਜ਼ਰੂਰ ਆ ਰਹੀ ਹੈ, ਨਜ਼ਰ ਆ ਰਹੀ ਹੈ, ਕਿਉਂਕਿ ਫਲੈਕਸ ਬਹੁਤ ਜਗ੍ਹਾ ਲੱਗੇ ਗਏ ਸੀਗੇ, ਥਾਂ ਥਾਂ ਦੇ ਉੱਪਰ ਪ੍ਰਚਾਰ ਕੀਤਾ ਗਿਆ ਸੀ ਵੀ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਨੇ, ਜਿਹਦੇ ਉੱਪਰ ਵੀ ਸ਼ਾਇਦ ਪੰਜਾਬ ਸਰਕਾਰ ਵੱਲੋਂ ਲੱਖਾਂ ਰੁਪਏ ਦਾ ਖਰਚਾ ਕੀਤਾ ਜਾਏਗਾ। ਲੇਕਿਨ ਜੋ ਹੁਣ RT ਦੇ ਵਿੱਚੋਂ ਖੁਲਾਸੇ ਹੋਏ ਨੇ ਕਿ ਇਸ ਵਾਸਤੇ ਅਜੇ ਤੱਕ ਕੋਈ ਖਰੜਾ ਹੀ ਤਿਆਰ ਨਹੀਂ ਕੀਤਾ ਗਿਆ। B&R ਕੋਲੇ ਕਿਸੇ ਤਰ੍ਹਾਂ ਦਾ ਕੋਈ ਖਰੜਾ ਨਹੀਂ, ਕੋਈ ਉਹਨਾਂ ਨੂੰ ਹੁਣ ਤੱਕ ਇਸ ਸੰਬੰਧੀ ਪੈਸਾ ਨਹੀਂ ਪਹੁੰਚਿਆ, ਨਾ ਹੀ ਕੋਈ ਇਸ ਤਰ੍ਹਾਂ ਦੀ ਕੋਈ ਪ੍ਰਪੋਜ਼ਲ ਉਹਨਾਂ ਕੋਲ ਪਹੁੰਚੀ ਹੈ। ਸੋ ਇਸ ਤੋਂ ਕਲੀਅਰ ਹੋ ਗਿਆ ਕਿ ਸਿਰਫ ਫਲੈਕਸਾਂ ਤੱਕ ਹੀ ਇਹ ਐਲਾਨ ਸੀਮਤ ਹੋ ਕੇ ਰਹਿ ਗਿਆ 16 ਮੈਡੀਕਲ ਕਾਲਜਾਂ ਦਾ। ਭਾਵੇਂ ਕਿ ਚਲੋ ਮਾਨ ਸਰਕਾਰ ਜਿਵੇਂ ਤੁਸੀਂ ਮਸਤੂਆਣਾ ਸਾਹਿਬ ਦੇ ਨੇੜਲੇ ਕਾਲਜ ਦੀ ਗੱਲ ਕੀਤੀ, ਉਸ ਸੰਬੰਧੀ SGPC ਨੂੰ ਵੀ ਦੋਸ਼ੀ ਠਹਿਰਾਉਂਦੀ ਨਜ਼ਰ ਆ ਰਹੀ ਸੀ ਵੀ ਉਹਨਾਂ ਦੇ ਕਾਰਨ ਇਹ ਜੋ ਪ੍ਰੋਜੈਕਟ ਸੀ ਇਹ ਲਟਕ ਗਿਆ। ਲੇਕਿਨ ਬਾਕੀ 15 ਪ੍ਰੋਜੈਕਟਾਂ ਦਾ ਕੀ ਬਣਿਆ ਉਹਦੇ ਬਾਰੇ ਖੁਲਾਸਾ RT ਦੇ ਵਿੱਚ ਕਰ ਦਿੱਤਾ ਗਿਆ। ਸੋ ਹੁਣ ਕੀ ਸਰ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।